ਸਵੈ ਜੀਵਨੀ ਨੰਗੀ ਧੁੱਪ। ਲੇਖਕ ਬਲਵੰਤ ਗਾਰਗੀ। ਭਾਗ ਚੌਥਾ। ਅਮਰੀਕਨ ਔਰਤਾਂ ਦਾ ਇੱਕ ਜੱਥਾ ਸਿਆਟਲ ਤੋਂ ਭਾਰਤ ਦੀ ਕਲਾ ਦੇਖਣ ਲਈ ਆਇਆ। ਉਹਨਾਂ ਦੀ ਲੀਡਰ ਪ੍ਰੋਫੈਸਰ ਮਿਲਰਜ਼ ਰੋਜਰਜ਼ ਸੀ, ਜਿਸ ਨੂੰ ਮੈਂ ਸਿਆਟਲ ਦੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਮਿਲਿਆ ਸਾਂ। ਉਹ ਸਾਰੇ ਚੰਡੀਗੜ੍ਹ ਆਏ। ਬੇਹੱਦ ਗਰਮੀ ਸੀ। ਦੋ ਤੀਵੀਆਂ ਲੂ ਲੱਗਣ ਨਾਲ ਬਿਮਾਰ ਪੈ ਗਈਆਂ। ਅਸੀਂ ਸਾਰਿਆਂ ਨੇ ਆਪਣੇ ਘਰ ਅਮਰੀਕਨ ਖਾਣੇ ਲਈ ਬੁਲਾਇਆ। ਠੰਡਾ ਸਲਾਦ, ਠੰਡਾ ਚਿਕਨ, ਠੰਡੀ ਕੌਫੀ, ਠੰਡਾ ਦੁੱਧ। ਮੌਸਮ ਦੀਆਂ ਗੱਲਾਂ ਕਰਨ ਪਿੱਛੋਂ ਅਸੀਂ ਫਰਾਂਸੀਸੀ ਆਰਕੀਟੈਕਟ ਕਾਰਬੂਜ਼ੀਏ ਦੀਆਂ ਗੱਲਾਂ ਕਰਨ ਲੱਗ ਪਏ। ਫਿਰ ਲੋਕ ਕਲਾ, ਕਾਂਗੜੇ ਦੀ ਚਿੱਤਰਕਲਾ, ਅਜੰਤਾ, ਤਾਜ ਮਹਿਲ ਅਤੇ ਆਖਰ ਹਿੰਦੁਸਤਾਨੀਆਂ ਦੇ ਦੋਗਲੇ ਸਦਾਚਾਰਾਂ ਦੀਆਂ ਗੱਲਾਂ ਹੋਣ ਲੱਗੀਆਂ। ਉਹ ਆਖਣ ਲੱਗੇ ਕਿ ਭਾਰਤੀ ਫਲਸਫੇ ਤੇ ਮਜ਼ਹਬ ਵਿੱਚ ਦੋਗਲਾਪਨ ਹੈ, ਦੁਪੱਖੀ ਗੱਲ, ਦੁਪੱਖੀ ਸੋਚ, ਦੁਪੱਖੀ ਵਫਾਦਾਰੀ। ਮਰਦ ਦੀਆਂ ਕੀਮਤਾਂ ਵੀ ਦੋਗਲੀਆਂ ਹਨ। ਅਮਰੀਕਨ ਸਿੱਧੀ ਔਰਤ ਗੱਲ ਕਰਦੀ ਹੈ ਤੇ ਜਜ਼ਬੇ ਤੇ ਪਿਆਰ ਵਿੱਚ ਇਮਾਨਦਾਰੀ ਹੈ। ਇਸੇ ਤਰ੍ਹਾਂ ਅਮਰੀਕਨ ਮਰਦ, ਪਰ ਭਾਰਤੀ ਮਰਦ ਕਈ ਤੀਵੀਆਂ ਨੂੰ ਇੱਕੋ ਵੇਲੇ ਪਿਆਰ ਦਾ ਹਾਮੀ ਓਟਦਾ ਹੈ। ਘਰ ਬੀਬੀ ਨੂੰ ਪਿਆਰ ਜਤਾਉਂਦਾ ਹੈ ਤੇ ਬਾਹਰ ਕਿਸੇ ਪ੍ਰੇਮਿਕਾ ਨੂੰ। ਅਮਰੀਕਨ ਔਰਤ ਇਸ ਤਰ੍ਹਾਂ ਦਾ ਦੋਗਲਾਪਨ, ਝੂਠਾ ਪਿਆਰ ਕਦੇ ਵੀ ਨਹੀਂ ਕਰਦੀ। ਉਹ ਮਰਦ ਨੂੰ ਛੱਡ ਕੇ ਚਲੀ ਜਾਵੇਗੀ। ਉਹ ਭਾਵੇਂ 4 ਮਰਦ ਬਦਲ ਲਵੇ, ਪਰ ਇੱਕ ਵੇਲੇ ਇੱਕੋ ਨਾਲ ਹੀ ਮੁਹੱਬਤ ਕਰਦੀ ਹੈ। ਕਈ ਤੀਵੀਆਂ ਰੱਖਣੀਆਂ ਬਕਵਾਸ ਹੈ, ਘਟੀਆ ਏਸ਼ੀਆਈ ਪਰੰਪਰਾ। ਮੈਂ ਆਖਿਆ, ਮਰਦ ਤੀਵੀ ਨਾਲੋਂ ਸਰੀਰਕ ਅਤੇ ਮਾਨਸਿਕ ਤੌਰ ਤੇ ਵੱਖਰਾ ਹੈ। ਇੱਕ ਆਦਮੀ ਕਿਸੇ ਪਰਾਈ ਤੀਵੀ ਨਾਲ ਸੌਂ ਕੇ ਵੀ ਆਪਣੀ ਤੀਵੀ ਨਾਲ ਵਫਾਦਾਰ ਰਹਿ ਸਕਦਾ ਹੈ। ਮੇਰਾ ਮਤਲਬ ਹੈ, ਪਿਆਰ ਦੀ ਡੂੰਘਾਈ, ਸੱਚਾਈ ਨੂੰ ਉਹ ਪਾਲ ਸਕਦਾ ਹੈ। ਸਵਾਲ ਭਾਰਤੀ ਜਾਂ ਏਸ਼ੀਆਈ ਮਰਦ ਦਾ ਨਹੀਂ, ਸਵਾਲ ਹੈ ਸੱਚੀ ਗੱਲ ਦਾ। ਮਰਦ ਕਿਸੇ ਤੀਵੀ ਨਾਲ ਸੰਭੋਗ ਕਰਦਾ ਹੋਇਆ ਵੀ ਬੇਲਾਗ ਅਤੇ ਨਿਰਲੇਪ ਰਹਿ ਸਕਦਾ ਹੈ, ਪਰ ਤੀਵੀ ਨਹੀਂ। ਉਹ ਪੂਰੀ ਤਰ੍ਹਾਂ ਭਿੱਜ ਕੇ ਹੀ ਮਰਦ ਨਾਲ ਸੰਭੋਗ ਕਰਦੀ ਹੈ। ਇਸ ਲਿਹਾਜ਼ ਨਾਲ ਉਸਦੇ ਜਜ਼ਬੇ ਵੱਖਰੇ ਹਨ। ਮਿਸ ਰੋਜਰਜ਼ ਨੇ, ਜੋ 60 ਸਾਲ ਦੀ ਪਤਲੀ ਜਹੀਨ ਜਨਾਨੀ ਸੀ, ਮੇਰੀ ਗੱਲ ਸੁਣ ਕੇ ਭਵਾਂ ਸਕੋੜੀਆਂ ਤੇ ਹੈਰਾਨੀ ਹੋਈ ਕਿ ਮੈਂ ਕੀ ਆਖ ਰਿਹਾ ਸਾਂ। ਉਹ ਬੋਲੀ, ਬਲਵੰਤ, ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ? ਤੈਨੂੰ ਕੀ ਪਤਾ ਤੀਵੀ ਦੇ ਮਨ ਦਾ? ਤੇਰੇ ਵਿਚਾਰ ਇੱਕ ਜ਼ਾਬਰ ਮਰਦ ਦੇ ਵਿਚਾਰ ਨੇ। ਕੋਈ ਇਮਾਨਦਾਰ ਸ਼ਖਸ ਇਸ ਤਰ੍ਹਾਂ ਦੀ ਗੱਲ ਨਹੀਂ ਸੋਚ ਸਕਦਾ। 20ਵੀਂ ਸਦੀ ਵਿੱਚ ਇਹੋ ਜਿਹੇ ਵਿਚਾਰ? ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਦੂਜੀਆਂ ਤੀਆਂ ਵੀ ਉਸ ਨਾਲ ਰਲ ਗਈਆਂ ਤੇ ਮੈਨੂੰ ਭੰਡਣ ਲੱਗੀਆਂ। ਮੈਂ ਆਖਿਆ, ਤੁਸੀਂ ਮੇਰੀ ਗੱਲ ਨਹੀਂ ਸਮਝ ਰਹੀਆਂ। ਇੱਕ ਬੜਾ ਅਜੀਬ ਤੇ ਬਰੀਕ ਜਿਹਾ ਭੇਦ ਹੈ। ਮੇਰਾ ਮਤਲਬ ਹੈ ਸੂਖਮ ਜਜ਼ਬਾਤੀ ਅੰਤਰ, ਇੱਕ ਪ੍ਰਕਾਰ ਦਾ ਸਰੀਰਕ ਵਿਤਕਰਾ। ਇਹੋ ਫਰਕ ਮਰਦ ਅਤੇ ਤੀਵੀ ਦੇ ਜਜ਼ਬਾਤੀ ਸੰਸਾਰ ਵਿੱਚ ਵੀ ਵਿਚਰਦਾ ਹੈ। ਮੈਂ ਆਪਣੀ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ। ਮਤਲਬ ਹੈ, ਇਹ ਗੱਲ ਸੈਕਸ ਜਾਂ ਪਿਆਰ ਦੀ ਨਹੀਂ, ਇਹ ਪ੍ਰਕਿਰਤੀ ਹੈ। ਫਰਜ਼ ਕਰੋ ਮੇਰਾ ਵਿਆਹ ਮਾਰਲਿਨ ਮਨਰੋ ਨਾਲ ਹੋ ਜਾਂਦਾ ਹੈ। ਦੁਨੀਆ ਦੀ ਹਸੀਨ ਔਰਤ ਨਾਲ ਸਾਡੀ ਸੁਹਾਗ ਰਾਤ ਹੈ। ਮੈਂ ਉਸ ਨਾਲ ਸੇਜ ਦੇ ਉੱਤੇ ਪਿਆ ਹਾਂ। ਅੱਧੀ ਰਾਤ ਹੋ ਚੁੱਕੀ ਹੈ। ਸਾਡਾ ਬੰਗਲਾ ਕਿਸੇ ਵੱਡੇ ਬਾਗ ਵਿੱਚ ਹੈ ਤੇ ਚੰਦ ਬੱਦਲਾਂ ਵਿੱਚ ਕਿਤੇ ਲੁਕ ਗਿਆ ਹੈ। ਮਰਲਿਨ ਨੂੰ ਚੰਬੇਲੀ ਦੀਆਂ ਕਲੀਆਂ ਪਸੰਦ ਹਨ ਅਤੇ ਇਹਨਾਂ ਨੂੰ ਮਮਿਆਂ ਦੇ ਮਲ ਕੇ ਮੈਨੂੰ ਪਿਆਰ ਨਾਲ ਅੰਮ੍ਰਿਤ ਪਿਲਾਉਣਾ ਚਾਹੁੰਦੀ ਹੈ। ਮੈਂ ਬਾਹਰ ਬਾਗ ਵਿੱਚ ਕਲੀਆਂ ਤੋੜਨ ਨਿਕਲਦਾ ਹਾਂ। ਫਿਰ ਕੇ ਹਨੇਰੇ ਵਿੱਚ ਮੈਂ ਠੋਕਰ ਖਾ ਕੇ ਡਿੱਗ ਪੈਂਦਾ ਹਾਂ। ਇਸ ਧੜਾਕ ਨਾਲ ਮਾਲੀ ਦੀ ਧੀ ਜਾਗ ਉੱਠਦੀ ਹੈ। ਕੋਈ ਬੇਵਕੂਫ, ਬੇਪਰਵਾਹ ਕੁੜੀ ਇਸ ਵਿੱਚੋਂ ਰੂੜੀਆਂ ਦੀ ਬੋ ਆਉਂਦੀ ਹੈ। ਉਹ ਮੈਨੂੰ ਕਲੀਆਂ ਤੋੜਨ ਵਿੱਚ ਮਦਦ ਕਰਦੀ ਹੈ। ਹਨੇਰੇ ਵਿੱਚ ਅਸੀਂ ਇੱਕ ਦੂਜੇ ਨਾਲ ਖਹਿ ਜਾਂਦੇ ਹਾਂ। ਮੈਂ ਉਸ ਨੂੰ ਉੱਥੇ ਹੀ ਫੜ ਕੇ ਮਧੋਲਦਾ ਹੋਇਆ ਉਸ ਨਾਲ ਸੰਭੋਗ ਕਰ ਲੈਂਦਾ ਹਾਂ। ਉਸ ਪਿੱਛੋਂ ਮੈਂ ਕਲੀਆਂ ਤੋੜ ਕੇ ਵਾਪਸ ਮੁੜਦਾ ਹਾਂ ਤਾਂ ਦੇਖਦਾ ਹਾਂ ਕਿ ਸੇਜ ਤੇ ਪਈ ਮਰਲਿਨ ਮੇਰੀ ਉਡੀਕ ਕਰ ਰਹੀ ਹੈ। ਮੇਰੀ ਮਰਲਿਨ ਮਨਰੋ, ਮੇਰੀ ਮਹਿਬੂਬ। ਮਰਦ ਲਈ ਇਸ ਤਰ੍ਹਾਂ ਇੱਕ ਅਣਜਾਣੀ ਬੇਵਕੂਫ ਕੁੜੀ ਨਾਲ ਸੌਂ ਜਾਣ ਦੇ ਨਾਲ ਹੀ ਆਪਣੀ ਪਵਿੱਤਰਤਾ ਕਾਇਮ ਰੱਖਣਾ ਮੁਸ਼ਕਿਲ ਹੈ। ਬੂਟਿਆਂ ਵਿੱਚ ਸੰਭੋਗ ਬੇਲਾਗ ਸੀ, ਨਿਰਲੇਪ, ਬਸ ਜਿਵੇਂ ਕੋਈ ਚੀਜ਼ ਉੱਬਲ ਕੇ ਬਾਹਰ ਡੁੱਲ ਜਾਵੇ। ਮੇਰੇ ਵਿੱਚ ਕੋਈ ਪਿਆਰ ਨਹੀਂ ਆਉਂਦਾ, ਕਿਉਂਕਿ ਮੈਂ ਮਰਲਿਨ ਨੂੰ ਦਿਲ ਤੇ ਜਾਨ ਤੋਂ ਪਿਆਰ ਕਰਦਾ ਹਾਂ ਤੇ ਆਤਮਿਕ ਤੌਰ ਤੇ ਉਸ ਨਾਲ ਵਫਾਦਾਰ ਹਾਂ। ਮੇਰੀਆਂ ਗੱਲਾਂ ਸੁਣ ਕੇ ਉਹ ਮੇਰੇ ਨਾਲ ਲੜ ਪਈਆਂ ਤੇ ਹੈਰਾਨ ਹੋਈਆਂ ਕਿ ਜੀਨੀ ਮੇਰੀਆਂ ਗੱਲਾਂ ਸੁਣ ਕੇ ਚੁੱਪ ਕਿਉਂ ਸੀ। ਜਦੋਂ ਅਮਰੀਕਨ ਤੀਵੀਆਂ ਚਲੀਆਂ ਗਈਆਂ ਤਾਂ ਜੀਨੀ ਨੇ ਆਖਿਆ, ਅੱਜ ਕੱਲ ਮੈਂ ਪਰਲ ਬਕ ਪੜ੍ਹਦੀ ਹਾਂ। ਉਸ ਨੂੰ ਏਸ਼ੀਆਈ ਔਰਤ ਅਤੇ ਮਰਦ ਦੇ ਰਿਸ਼ਤੇ ਬਾਰੇ ਬੜੀ ਸਮਝ ਹੈ। ਭਾਵੇਂ ਮੈਂ ਚੀਨ ਬਾਰੇ ਉਹਦੇ ਨਾਵਲ ਪੜ੍ਹੇ ਹਨ, ਪਰ ਮੈਂ ਇਸ ਨਾਲ ਭਾਰਤ ਨੂੰ ਵੀ ਸਮਝ ਰਹੀ ਹਾਂ। ਉਹੀ ਖੇਤਾਂ ਵਿੱਚ ਕੰਮ ਕਰਨ ਵਾਲੇ ਪੇਂਡੂ ਲੋਕ, ਫਲਸਫੇ ਤੇ ਸਬਰ ਨਾਲ ਭਰੀਆਂ ਹੋਈਆਂ ਤੁਹਾਡੀਆਂ ਤੀਵੀਆਂ ਜ਼ਿੰਦਗੀ ਨੂੰ ਸਮਝਦੀਆਂ ਹਨ। ਉਹ ਆਪਣੇ ਹੱਕਾਂ ਲਈ ਲੜਦੀਆਂ ਨਹੀਂ, ਸਗੋਂ ਅਜੀਬ ਸ਼ਾਂਤੀ ਨਾਲ ਜੀਵਨ ਦੇ ਤੱਤ ਨੂੰ ਪਛਾਣਦੀਆਂ ਹਨ। ਉਹ ਜੀਵਨ ਉੱਤੇ ਝਪੱਟਾ ਮਾਰ ਕੇ ਤੇ ਖੋ ਕੇ ਖੁਸ਼ੀ ਨਹੀਂ ਲੈਂਦੀਆਂ, ਸਗੋਂ ਖੁਸ਼ੀ ਨੂੰ ਪ੍ਰਾਰਥਨਾ ਵਾਂਗ ਕਬੂਲ ਕਰਦੀਆਂ ਹਨ।
ਮੈਂ ਸਮਝਦੀ ਹਾਂ ਇਸ ਵਿੱਚ ਕੀ ਫਰਕ ਪੈਂਦਾ ਹੈ ਜੇ ਮਰਦ ਕਿਸੇ ਦੂਜੀ ਈਟੀਵੀ ਨਾਲ ਖੇ ਖਾ ਕੇ ਘਰ ਆ ਜਾਏ। ਕੀ ਫਰਕ ਪੈਂਦਾ ਹੈ ਇਸ ਵਿੱਚ? ਇਹੋ ਨਾ ਜਿਵੇਂ ਆਕੜੇ ਥਣਾ ਚੋਂ ਕੋਈ ਦੁੱਧ ਦੀਆਂ ਦੋ ਧਾਰਾਂ ਮਾਰ ਲਵੇ। ਕੀ ਫਰਕ ਪੈਂਦਾ ਹੈ? ਮਰਦ ਦੀ ਜਾਤ ਹੀ ਇਸੇ ਤਰ੍ਹਾਂ ਦੀ ਹੈ। ਉਹ ਜੰਗਲ ਵਿੱਚ ਫਿਰਦਾ ਤੁਰਦਾ ਜੇ ਕੋਈ ਫਲ ਤੋੜ ਕੇ ਇਸ ਨੂੰ ਚੱਖ ਕੇ ਘਰ ਉਮੜ ਮੁੜ ਆਵੇ ਤਾਂ ਕੀ ਵਿਗੜ ਜਾਂਦਾ ਹੈ ਉਸਦਾ? ਏਸ਼ੀਆ ਦੀ ਤੀਵੀਂ ਇਹ ਗੱਲ ਸਮਝਦੀ ਹੈ। ਉਹ ਨਿੱਕੀ ਜਿਹੀ ਗੱਲ ਖਾਤਰ ਆਪਣੇ ਆਦਮੀ ਨਹੀਂ ਗਵਾ ਬੈਠਦੀ। ਮੈਂ ਇੱਕ ਕਹਾਣੀ ਪੜ੍ਹੀ ਹੈ ਜਿਸ ਵਿੱਚ ਇੱਕ ਅਮਰੀਕਨ ਜਾਪਾਨੀ ਤੀਵੀਂ ਨਾਲ ਵਿਆਹ ਕਰ ਲੈਂਦਾ ਹੈ। ਉਹ ਕਿਸੇ ਵੇਸ਼ਵਾ ਘਰ ਜਾਂਦਾ ਹੈ। ਇਹ ਵੇਸ਼ਵਾ ਉਸਦਾ ਸਿਰ ਝੱਸਦੀ ਹੈ, ਉਸਦੀ ਮਾਲਿਸ਼ ਕਰਦੀ ਹੈ ਤੇ ਉਸਨੂੰ ਕੋਸੇ ਪਾਣੀ ਨਾਲ ਮਲ ਕੇ ਨਹਾਉਂਦੀ ਹੈ ਤੇ ਨਾਲ ਹੀ ਸੌਂ ਜਾਂਦੀ ਹੈ। ਮਰਦ ਨੇ ਆਪਣੇ ਸੈਕਸ ਨੂੰ ਦੋ ਖਾਨਿਆਂ ਵਿੱਚ ਵੰਡ ਰੱਖਿਆ ਹੈ। ਬੀਵੀ ਦਾ ਡੂੰਘਾ ਪਿਆਰ ਜਿਸ ਨਾਲ ਉਹ ਆਪਣੀ ਉਮਰ ਗੁਜ਼ਾਰਦਾ ਹੈ, ਜੋ ਉਸ ਲਈ ਬੱਚੇ ਜੰਮਦੀ ਹੈ ਤੇ ਉਸ ਦੇ ਦੁੱਖ ਸੁੱਖ ਦੀ ਪੂਰੀ ਤਰ੍ਹਾਂ ਭਾਗੀ ਹੈ। ਇਹ ਕਹਾਣੀ ਇੱਕ ਖੂਬੀ ਅਤੇ ਡੂੰਘੀ ਮਾਨਸਿਕ ਸੂਝ ਨਾਲ ਲਿਖੀ ਗਈ ਹੈ ਕਿ ਮੈਂ ਉਸ ਜਾਪਾਨੀ ਤੀਵੀ ਦੇ ਮਨ ਨੂੰ ਸਮਝਦੀ ਹਾਂ। ਪਰ ਆਮ ਅਮਰੀਕਨ ਤੀਵੀਆਂ ਇੰਨੀਆਂ ਬੇਵਕੂਫ ਹਨ, ਇਤਨੀ ਜਿੱਦੀ ਕਿ ਆਪਣੇ ਹੱਕਾਂ ਲਈ ਲੜਨ ਵਾਲੀ ਚੰਡੀ ਵੀ ਕੀ ਇਸ ਤੋਂ ਵੱਧ ਕਿ ਉਹ ਕੁਝ ਨਹੀਂ ਸੋਚ ਸਕਦੀ। ਮੈਂ ਇਸ ਵੇਲੇ ਆਪਣੇ ਬਾਰੇ ਸੋਚ ਰਹੀ ਹਾਂ। ਮੈਂ ਤੈਨੂੰ ਦੋ ਬੱਚੇ ਦਿੱਤੇ ਹਨ, ਇੱਕ ਸੋਹਣਾ ਪੁੱਤ ਤੇ ਇੱਕ ਸੋਹਣੀ ਧੀ। ਮੈਂ ਸਮਝਦੀ ਹਾਂ ਕਿ ਮੇਰਾ ਕਰਤੱਵ ਪੂਰਾ ਹੋ ਗਿਆ। ਮੇਰਾ ਮਨ ਬਦਲ ਰਿਹਾ ਹੈ, ਮੇਰਾ ਜਿਸਮ ਬਦਲ ਰਿਹਾ ਹੈ। ਮੈਂ ਸ਼ਾਂਤ ਹਾਂ ਇਸ ਵੇਲੇ। ਮੈਂ ਸਮਝਦੀ ਹਾਂ ਕਿ ਜੇ ਤੂੰ ਕਿਸੇ ਦੂਜੀ ਤੀਵੀ ਨਾਲ ਸੌਂ ਜਾਵੇਂ ਤਾਂ ਮੈਂ ਬੁਰਾ ਨਾ ਮਨਾਵਾਂ। ਮੈਂ ਹੈਰਾਨ ਹੋਇਆ ਕਿ ਜੀਨੀ ਨੂੰ ਮੇਰੇ ਤੇ ਸ਼ੱਕ ਸੀ। ਕੀ ਉਹ ਮੇਰੇ ਕੋਲੋਂ ਸੱਚੀ ਗੱਲ ਬਕਵਾਉਣਾ ਚਾਹੁੰਦੀ ਸੀ? ਕੀ ਉਸਨੂੰ ਪਤਾ ਲੱਗ ਗਿਆ ਸੀ ਕਿ ਮੈਂ ਇਸ ਜਵਾਨ ਐਕਟਰਸ ਦੀ ਮੁਹੱਬਤ ਦਾ ਸ਼ਿਕਾਰ ਸਾਂ? ਜਿਨੀ ਸਵੇਰੇ ਮਿਊਜ਼ਿਕ ਦੇ ਰਿਆਜ਼ ਲਈ ਘਰੋਂ ਚਲੀ ਜਾਂਦੀ ਤੇ ਸ਼ਾਮ ਨੂੰ ਮੁੜਦੀ। ਮੈਂ ਰਾਜੀ ਦਾ ਇੰਤਜ਼ਾਰ ਕਰਦਾ ਤੇ ਮੇਰੇ ਅੰਦਰ ਇੱਕ ਵਹਿਸ਼ੀ ਪਿਆਰ ਦਾ ਜਜ਼ਬਾ ਮੱਚਦਾ। ਕੋਠੀ ਦਾ ਫਾਟਕ ਜਿਨੀ ਹਮੇਸ਼ਾ ਬੰਦ ਕਰਕੇ ਜਾਂਦੀ ਸੀ ਤਾਂ ਜੋ ਕੋਈ ਕੁੱਤਾ ਜਾਂ ਮੰਗਤਾ ਅੰਦਰ ਨਾ ਵੜ ਆਵੇ। ਲੋਹੇ ਦਾ ਫਾਟਕ ਹਮੇਸ਼ਾ ਇੱਕ ਘਰਸਰੀ ਟਣਕਾਟ ਨਾਲ ਬੰਦ ਹੁੰਦਾ। ਮੇਰੇ ਕੰਮ ਇਸ ਟਣਕਾਟ ਤੋਂ ਆਸ਼ਨਾ ਹੋ ਚੁੱਕੇ ਸਨ। ਇੱਕ ਦਿਨ ਮੈਂ ਰਾਜੀ ਨਾਲ ਆਪਣੇ ਨਿੱਕੇ ਕਮਰੇ ਵਿੱਚ ਸਾਂ ਜਦੋਂ ਇਹੋ ਜਿਹੀ ਘਰਸਰੀ ਟਣਕਾਰ ਸੁਣੀ। ਮੈਂ ਕਾਹਲੀ ਨਾਲ ਕੱਪੜੇ ਪਾਏ ਤੇ ਬਾਹਰ ਆਇਆ। ਇਹ ਜੀਨੀ ਸੀ। ਉਹ ਆਪਣੀ ਬੰਸਰੀ ਭੁੱਲ ਗਈ ਸੀ ਤੇ ਉਸਨੂੰ ਲੈਣ ਆਈ ਸੀ। ਉਸਨੇ ਰਾਜੀ ਨੂੰ ਦੇਖਿਆ ਤੇ ਬੜੇ ਚਾਅ ਨਾਲ ਉਸ ਨਾਲ ਹੱਥ ਮਿਲਾਇਆ। ਹਾਲ ਕਮਰੇ ਵਿੱਚ ਉਸ ਮੈਨੂੰ ਆਪਣੇ ਸੀਨੇ ਨਾਲ ਲਾ ਕੇ ਆਖਿਆ, ਮੈਂ 4 ਵਜੇ ਮੁੜਾਂਗੀ। ਕਿਚਨ ਵਿੱਚ ਡਬਲ ਰੋਟੀ, ਜੈਮ ਅਤੇ ਔਲੇ ਪਏ ਹਨ, ਖਾ ਲਵੀਂ ਚਾਹ ਨਾਲ। ਇਹ ਆ ਕੇ ਉਹ ਕਾਲੀ ਚਲੀ ਗਈ ਤੇ ਮੈਂ ਫਿਰ ਫਾਟਕ ਦੀ ਘਰਸਰ ਦੀ ਆਵਾਜ਼ ਸੁਣੀ। ਜੀਨੀ ਨੂੰ ਮੇਰੇ ਤੇ ਰਾਜੀ ਦੇ ਸੰਬੰਧਾਂ ਬਾਰੇ ਕੋਈ ਸ਼ੱਕ ਨਹੀਂ ਸੀ। ਪਹਿਲਾਂ ਮੈਂ ਸੋਚਿਆ ਕਿ ਜੀਨੀ ਕੋਈ ਸਿੱਧੀ ਸਾਦੀ ਔਰਤ ਹੈ ਜਿਸ ਨੂੰ ਮੇਰੇ ਉੱਤੇ ਪੂਰਾ ਵਿਸ਼ਵਾਸ ਸੀ। ਪਰ ਇੱਕ ਸਿੱਧੀ ਸਾਦੀ ਤੀਵੀ ਵੀ ਈਰਖਾ ਤਾਂ ਕਰ ਹੀ ਸਕਦੀ ਹੈ। ਜੀਨੀ ਨੂੰ ਕੋਈ ਈਰਖਾ ਨਹੀਂ ਸੀ। ਕੀ ਉਸ ਵਿੱਚ ਕੋਈ ਭੇਦ ਸੀ, ਕੋਈ ਚੇਤਨਤਾ, ਮਨਸੂਬਾ ਜਿਸ ਨਾਲ ਮੈਂ ਰਾਜੀ ਨਾਲ ਹੋਰ ਵੀ ਪੱਕੀ ਤਰ੍ਹਾਂ ਬਣ ਜਾਵਾਂ? ਮੈਨੂੰ ਛੱਡ ਕੇ ਉਹ ਆਪਣੇ ਮਿਊਜ਼ਿਕ ਤੇ ਬੰਸਰੀ ਵਿੱਚ ਇੰਨੀ ਵਿਅਸਤ ਕਿਉਂ ਨਜ਼ਰ ਆਉਂਦੀ ਸੀ? ਕੀ ਇਹ ਕੋਈ ਸਾਜ਼ਿਸ਼ ਸੀ ਕਿ ਮੈਂ ਰਾਜੀ ਨਾਲ ਭੋਗ ਵਿੱਚ ਮਸਤ ਰਵਾਂ ਤੇ ਉਹ ਆਪਣੀ ਖੁਸ਼ੀ ਨੂੰ ਕਿਤੇ ਹੋਰ ਤਲਾਸ਼ ਕਰਦੀ ਫਿਰੇ? ਕਿੱਥੇ ਜਾਂਦੀ ਸੀ ਉਹ? ਕਿਹੜੀ ਸੀ ਉਹ ਗਾਣਿਆਂ ਵਾਲੀ ਟੋਲੀ? ਮੈਂ ਉਸਨੂੰ ਕਦੀ ਨਹੀਂ ਸੀ ਪੁੱਛਿਆ। ਅਸੀਂ ਇਬਸਨ ਦਾ ਨਾਟਕ ਗੁੱਡੀ ਦਾ ਘਰ ਦੀ ਰਿਹਰਸਲ ਕਰ ਰਹੇ ਸਾਂ। ਮੈਂ ਨਿੱਕੇ ਸਟੂਡੀਓ ਵਿੱਚ ਐਕਟਰਾਂ ਤੇ ਐਕਟਰਸਾਂ ਨਾਲ ਨਾਟਕ ਦੇ ਵਿਸ਼ੇ ਬਾਰੇ ਵਿਚਾਰ ਕਰ ਰਿਹਾ ਸੀ। ਅਸੀਂ ਸਾਰੇ ਇਸ ਦੇ ਕੇਂਦਰੀ ਭਾਵ ਨੂੰ ਕੋਖ ਰਹੇ ਸਾਂ। ਇਸ ਦਾ ਸਾਡੀਆਂ ਸਮਕਾਲੀ ਸਮੱਸਿਆਵਾਂ ਨਾਲ ਕੀ ਸੰਬੰਧ ਸੀ? ਨਾਟਕ ਦੀ ਹੀਰੋਇਨ ਨੌਰਾ ਅਖੀਰ ਵਿੱਚ ਆਪਣੇ ਪਤੀ ਤੇ 2 ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਜਾਂਦੀ ਹੈ? ਉਹ ਕਿੱਥੇ ਜਾਂਦੀ ਹੈ? ਠੰਡੀ ਬਰਫੀਲੀ ਰਾਤ ਨੂੰ, ਕ੍ਰਿਸਮਸ ਦੇ ਦਿਨ ਉਹ ਘਰੋਂ ਨਿਕਲ ਕੇ ਕਿੱਥੇ ਜਾਂਦੀ ਹੈ? ਅਸੀਂ ਉਸ ਦੇ ਮੰਤਵ ਤੇ ਜੀਵਨ ਬਾਰੇ ਵਿਚਾਰ ਕਰ ਰਹੇ ਸਾਂ, ਬਹਿਸ ਕਰ ਰਹੇ ਸਾਂ। ਇਬਸਨ ਨੇ ਨੌਰਾ ਨੂੰ ਕਿਸੇ ਆਸ਼ਿਕ ਨਾਲ ਦੌੜਦੇ ਨਹੀਂ ਸੀ ਦਿਖਾਇਆ। ਉਹ ਸਮਿਆਂ ਦੇ ਯੂਰਪ ਵਿੱਚ ਕਿਸੇ ਵਸਦੇ ਰਸਦੇ ਘਰ ਦੀ ਸ਼ਰੀਫ ਬੀਵੀ ਦਾ ਕਿਸੇ ਗੈਰ ਮਰਦ ਨਾਲ ਦੌੜ ਜਾਣਾ ਘੋਰ ਪਾਪ ਸੀ। ਇਸ ਨੂੰ ਲਿਖਣਾ ਤੇ ਇਸ ਦੀ ਹਮਾਇਤ ਕਰਨਾ ਓਨਾ ਹੀ ਪਾਪ। ਅਸੀਂ ਨਾਟਕ ਦੇ ਵਾਰਤਾਲਾਪ ਤੇ ਇਸ ਦੀਆਂ ਪੰਗਤੀਆਂ ਦੀਆਂ ਤਹਿਾਂ ਨੂੰ ਉਧੇੜਨਾ ਸ਼ੁਰੂ ਕੀਤਾ ਤਾਂ ਮੈਨੂੰ ਇਹ ਨਾਟਕ ਬਹੁਤ ਹੀ ਸਮਕਾਲੀ ਲੱਗਾ, ਅਜੋਕੇ ਯੁੱਧ ਦਾ। ਅੱਜ ਤੀਵੀਂ ਆਪਣੇ ਪਤੀ ਨੂੰ ਇਸ ਲਈ ਨਹੀਂ ਛੱਡਦੀ ਕਿ ਉਸ ਦਾ ਕੋਈ ਆਸ਼ਿਕ ਉਸ ਨੂੰ ਉਧਾਲ ਕੇ ਲੈ ਜਾਂਦਾ ਹੈ, ਸਗੋਂ ਇਸ ਲਈ ਕਿ ਉਸ ਦੀ ਆਪਣੀ ਪਤਨੀ ਨਾਲ ਕੋਈ ਮਾਨਸਿਕ ਸਾਂਝ ਨਹੀਂ ਰਹਿੰਦੀ। ਜ਼ਿੰਦਗੀ ਬੋਰ ਹੋ ਜਾਂਦੀ ਹੈ, ਬੇਫਾਇਦਾ, ਅਰਥਹੀਨ। ਤੀਵੀਂ ਇਕੱਲ ਦਾ ਟਾਪੂ ਹੈ, ਪਤੀ ਉਸ ਨਾਲ ਕੋਈ ਸਾਂਝ ਨਹੀਂ। ਉਹ ਆਪਣੀ ਹੋਂਦ ਦੀ ਤਲਾਸ਼ ਵਿੱਚ ਨਿਕਲਦੀ ਹੈ। ਮੈਂ ਥੀਏਟਰ ਤੋਂ ਰਿਹਰਸਲ ਪਿੱਛੋਂ ਮੁੜਦਾ ਤਾਂ ਜੀਨੀ ਬੈੱਡਰੂਮ ਵਿੱਚ ਕ੍ਰਿਸਮਸ ਦੇ ਗੀਤ ਗਾ ਰਹੀ ਸੀ। ਉਸ ਦੀ ਆਵਾਜ਼ ਦੇ ਉੱਚੇ ਪਤਲੇ ਸੁਰ ਇਸ ਤਰ੍ਹਾਂ ਗੂੰਜ ਰਹੇ ਸਨ ਜਿਵੇਂ ਕਿਸੇ ਗਿਰਜਾਘਰ ਵਿੱਚ। ਮੈਂ ਇਸ ਗੀਤ ਦੀ ਰੂਹਾਨੀ ਗੂੰਜ ਸੁਣੀ, ਵਿਸਮਾਦੀ, ਰੂਹ ਨੂੰ ਟੁੰਬਣ ਵਾਲੀ ਉੱਚੀ ਗੂੰਜ, ਇੱਕ ਪ੍ਰਕਾਰ ਦੀ ਤਰਲੇ ਵਾਲੀ ਪ੍ਰਾਰਥਨਾ ਜੋ ਕਿਸੇ ਅਣਜਾਣੇ ਭਵਿੱਖ ਨੂੰ ਪੁਕਾਰ ਰਹੀ ਸੀ। ਹਰ ਰੋਜ਼ ਵਾਂਗ ਕਿਚਨ ਵਿੱਚ ਮੇਰੇ ਲਈ ਦਾਲ ਤੇ ਰੋਟੀਆਂ ਪਈਆਂ ਸਨ।
ਮੈਂ ਖਾਣੇ ਨੂੰ ਗਰਮ ਕੀਤਾ ਤੇ ਉਸਨੂੰ ਟਰੇ ਵਿੱਚ ਰੱਖ ਕੇ ਬੈੱਡਰੂਮ 'ਚ ਲੈ ਆਇਆ ਤੇ ਚਟਾਈ ਉੱਤੇ ਬੈਠ ਕੇ ਖਾਣ ਲੱਗਾ। ਜਿੰਨੀ ਬੋਲੀ, ਮੈਨੂੰ ਗਲੀਆਂ ਵਿੱਚ ਕ੍ਰਿਸਮਸ ਦੇ ਗੀਤ ਗਾਉਣਾ ਬਹੁਤ ਚੰਗਾ ਲੱਗਦਾ ਹੈ। ਸਾਡੀ ਟੋਲੀ 6 ਮੁੰਡੇ ਕੁੜੀਆਂ ਦੀ ਹੈ। ਇੱਕ ਮੁੰਡਾ ਅਕਾਰਡੀਅਨ ਵਜਾਉਂਦਾ ਹੈ ਤੇ ਅਸੀਂ ਘਰ ਘਰ ਜਾ ਕੇ ਸਾਰੇ ਰਲ ਕੇ ਗਾਉਂਦੇ ਤੇ ਪੈਸੇ ਇਕੱਠੇ ਕਰਦੇ ਹਾਂ। ਕ੍ਰਿਸਮਸ ਲਈ ਬੜਾ ਹੀ ਚੰਗਾ ਲੱਗਦਾ ਹੈ। ਤੂੰ ਸਮਝਦਾ ਇਹਨਾਂ ਗੀਤਾਂ ਨੂੰ? ਮੈਂ ਆਖਿਆ, ਕੀ ਤੁਹਾਡੀ ਟੋਲੀ ਮੇਰੇ ਨਾਟਕ ਵਿੱਚ ਕ੍ਰਿਸਮਸ ਦੇ ਇਹ ਗੀਤ ਗਾ ਸਕੇਗੀ? ਕਿਸ ਤਰ੍ਹਾਂ? ਕਿਉਂ? ਮੇਰੇ ਨਾਟਕ ਦੇ ਮੁੱਢ ਵਿੱਚ ਜੇ ਕ੍ਰਿਸਮਸ ਦੇ ਗੀਤ ਹੋਣ ਤਾਂ ਬੜਾ ਸੋਹਣਾ ਲੱਗੇ। ਨਾਟਕ ਦੇ ਸ਼ੁਰੂ ਵਿੱਚ ਹੀ ਜਦੋਂ ਬੱਤੀਆਂ ਗੁੱਲ ਹੋ ਜਾਣ ਤਾਂ ਤੁਸੀਂ ਹਨੇਰੇ ਵਿੱਚ ਦਰਸ਼ਕਾਂ ਵਿਚਕਾਰ ਗਾਉਂਦੇ ਹੋਏ ਦਾਖਲ ਹੋਵੋ ਤੇ ਮੰਚ ਦੇ ਇੱਕ ਪਾਸੇ ਹਨੇਰੇ ਵਿੱਚ ਬੈਠ ਜਾਓ। ਤੂੰ ਜੇ ਬੰਸਰੀ ਵਜਾ ਸਕੇ ਤਾਂ ਬਹੁਤ ਹੀ ਚੰਗਾ ਹੋਵੇ। ਇਸ ਦੀ ਸੁਰੀਲੀ ਦਿਲ ਟੁੰਬਣ ਵਾਲੀ ਗੂੰਜ। ਇਹ ਨਾਟਕ ਇੱਕ ਰਸਦੇ ਵਸਦੇ ਘਰ ਦਾ ਹੈ ਜਿਸ ਨੇ ਅੰਤ ਵਿੱਚ ਟੁੱਟ ਜਾਣਾ ਹੈ। ਜਿਸ ਦਿਨ ਗੁੱਡੀ ਦਾ ਘਰ ਖੇਡਿਆ ਜਾਣਾ ਸੀ, ਜੀਨੀ ਅਤੇ ਉਸਦੇ ਸਾਥੀ ਸ਼ੁਰੂ ਵਿੱਚ ਕੋਰਸ ਗਾਉਣ ਲਈ ਆਏ। ਜੀਨੀ ਬੰਸਰੀ ਵਜਾ ਰਹੀ ਸੀ, ਇੱਕ ਮੁੰਡਾ ਆਰਕੇਡੀਅਨ ਤੇ ਸਾਰੇ ਮਿਲ ਕੇ ਉੱਚੇ ਪਤਲੇ ਸੁਰਾਂ ਵਿੱਚ ਗਾ ਰਹੇ ਸਨ। ਨਾਟਕ ਦੀ ਹੀਰੋਇਨ ਨੌਰਾ ਕ੍ਰਿਸਮਸ ਦੇ ਤੋਹਫੇ ਲਈ ਮੰਚ ਉੱਤੇ ਦਾਖਲ ਹੁੰਦੀ ਹੈ। ਜਦੋਂ ਉਹਨਾਂ ਦਾ ਗੀਤ ਮੁੱਕਿਆ ਤਾਂ ਉਸਦੀ ਟੋਲੀ ਚਲੀ ਗਈ। ਮੈਂ ਆਪਣਾ ਡਾਇਰੈਕਟ ਕੀਤਾ ਨਾਟਕ ਦੇਖਦਾ ਰਿਹਾ। ਮੈਨੂੰ ਇਉਂ ਲੱਗਾ ਜਿਵੇਂ ਜੀਨੀ ਹੀ ਨੌਰਾ ਹੋਵੇ ਤੇ ਮੈਂ ਬੈਂਕ ਮੈਨੇਜਰ। ਉਹ ਇੱਕ ਵੱਡੀ ਖੂਬਸੂਰਤ ਗੁੱਡੀ ਵਾਂਗ ਘਰ ਵਿੱਚ ਰਹਿੰਦੀ ਸੀ, ਇੱਕ ਸ਼ੋਅ ਵਿੰਡੋ ਪੀਸ ਵਾਂਗ। ਇੱਕ ਅਲੜ ਜਜ਼ਬਾਤੀ ਕੁੜੀ, ਇੱਕ ਖੂਬਸੂਰਤ ਕਾਟੋ, ਇੱਕ ਗਾਉਂਦੀ ਹੋਈ ਬੁਲਬੁਲ ਤੇ ਜੋ ਕਿਚਨ ਵਿੱਚ ਕ੍ਰਿਸਮਸ ਦੇ ਕੇਕ ਪਕਾਉਂਦੀ ਹੋਈ ਖੁਸ਼ੀ ਨਾਲ ਗੀਤ ਗਾਉਂਦੀ ਘਰ ਵਿੱਚ ਚਾਅ ਨਾਲ ਤੁਰਦੀ ਸੀ। ਰਾਤ ਨੂੰ ਜਦੋਂ ਮੈਂ ਸੌਣ ਲੱਗਾ ਤਾਂ ਦੇਖਿਆ ਮੇਰੇ ਨਾਲ ਉਹ ਵੀ ਬੇਖਬਰ ਘੂਕ ਸੁੱਤੀ ਪਈ ਸੀ। ਮੈਂ ਆਪਣੇ ਆਪ ਨੂੰ ਪੁੱਛਿਆ, ਮੇਰੀ ਕੀ ਜ਼ਿੰਦਗੀ ਹੈ? ਕੀ ਇਹ ਮੈਨੂੰ ਸਮਝਦੀ ਹੈ? ਮੈਂ ਇੱਕ ਬੇਕਾਰ ਫਿੱਕੀ ਸਖਣੀ ਜ਼ਿੰਦਗੀ ਜੀ ਰਿਹਾ ਸਾਂ। ਹਰ ਰੋਜ਼ ਉਹੀ ਪੜਾਉਣਾ, ਉਹੀ ਤੜਪ, ਉਹੀ ਭਟਕਣਾ। ਜ਼ਿੰਦਗੀ ਬੇਕਾਰ, ਬਿਲਕੁਲ ਜ਼ਿੰਦਗੀ ਬੇਕਾਰ, ਜਿਸ ਵਿੱਚ ਕੋਈ ਮਕਸਦ ਨਹੀਂ ਸੀ। ਬਿਸਤਰ 'ਤੇ ਪਏ ਮੈਨੂੰ ਨਾਟਕ ਵਿੱਚੋਂ ਇੱਕ ਨਵੀਂ ਸੂਝ ਮਿਲੀ ਤਾਂ ਮੈਂ ਇਸ ਦੇ ਮੁੱਖ ਪਾਤਰਾਂ ਦੇ ਚੋਲੇ ਬਦਲ ਦਿੱਤੇ। ਮੈਨੂੰ ਲੱਗਿਆ ਮੈਂ ਨੌਰਾ ਸਾਂ, ਇੱਕ ਭਟਕੀ ਹੋਈ ਆਤਮਾ। ਮੇਰੀ ਮੰਜ਼ਿਲ ਕੀ ਸੀ? ਮੇਰੀ ਆਪਣੀ ਹੋਣੀ। ਇਬਸਨ ਕਿਸੇ ਸਾਊ ਪਤਨੀ ਦੀ ਸਮੱਸਿਆ ਨਹੀਂ ਸੀ ਪੇਸ਼ ਕਰ ਰਿਹਾ, ਸਗੋਂ ਇੱਕ ਮਨੁੱਖ ਦੀ, ਇੱਕ ਇਨਸਾਨ ਦੀ, ਇੱਕ ਬਗਾਵਤ ਦੀ ਜੋ ਖੋਖਲੇ ਜੀਵਨ ਦੇ ਖਿਲਾਫ ਸੀ, ਮੀਆਂ ਬੀਵੀ ਦੇ ਬੇਰਸ ਤੇ ਲੋਕ ਦਿਖਾਵੇ ਵਾਲੇ ਸਖਣੇ ਰਿਸ਼ਤੇ ਦੇ ਖਿਲਾਫ। ਇੱਕ ਪ੍ਰਕਾਰ ਦੀ ਬਿਜਲੀ ਦੀ ਚਮਕ ਸੀ ਹਨੇਰੇ ਵਿੱਚ ਜੀਵਨ ਵਿੱਚ ਆਪਣੀ ਹੋਣੀ ਦੀ ਚੇਤਨਤਾ। ਮੈਂ ਆਪਣੇ ਆਪ ਨੂੰ ਨੌਰਾ ਦੀ ਮਾਨਸਿਕ ਸਥਿਤੀ ਵਿੱਚ ਖੜਾ ਪਾਇਆ। ਉਹੀ ਸਮੱਸਿਆ, ਉਹਦੀ ਮਨ ਦੀ ਵੀਰਾਨੀ, ਉਹੀ ਝੂਠਾਪਨ। ਮੇਰੇ ਜੀਵਨ ਦੇ 7 ਸਾਲ, ਸ਼ਾਦੀ ਦੇ 7 ਸਾਲ, ਇੱਕ ਕਾਲੀ ਸੁਰੰਗ ਜੋ ਪਤਾ ਨਹੀਂ ਕਿੱਧਰ ਨੂੰ ਜਾਂਦੀ ਸੀ। ਕੋਈ ਮਕਸਦ ਨਹੀਂ, ਕੋਈ ਸੇਧ ਨਹੀਂ, ਕੋਈ ਭਵਿੱਖ ਨਹੀਂ, ਬਸ ਜ਼ਿੰਦਗੀ ਦੀ ਗੱਡੀ ਆਪਣੇ ਆਪ ਸਮਾਨ ਅੰਤਰ ਪਟੜੀਆਂ 'ਤੇ ਤੁਰੀ ਜਾਂਦੀ ਸੀ। ਅਗਲਾ ਅੰਗ। ਮੇਰਾ ਥੀਏਟਰ ਮੁੰਡਿਆਂ ਦੇ ਹੋਸਟਲ ਦੇ ਵਿਚਕਾਰ ਸੀ। ਜੇ ਕੁੜੀਆਂ ਹੋਸਟਲ ਕੋਲੋਂ ਲੰਘਦੀਆਂ ਤਾਂ ਮੁੰਡੇ ਸੀਟੀਆਂ ਤੇ ਚਾਂਗਰਾਂ ਮਾਰਦੇ ਤੇ ਆਖਦੇ, ਹਾਏ ਨੀ ਬਿੱਲੋ, ਮਰ ਜਾਵਾਂ ਤੇਰੇ ਨਾਲ ਫਾਹਾ ਲੈ ਕੇ, ਆ ਜਾ ਇੱਧਰ, ਚਾੜਾ ਪੌੜੀਆਂ ਮੇਰੇ ਸਾਲੇ ਦੀਏ, ਗਾਗਰੀ ਨਾਲ ਘੁੰਮਦੀ ਅਸੀਂ ਤੈਨੂੰ ਵੜਦੇ ਹਾਂ। ਕੁੜੀਆਂ ਨੇ, ਗਾਰਗੀ ਨਾਲ ਘੁੰਮਦੀ ਏ, ਅਸੀਂ ਵੜਦੇ ਹਾਂ ਤੈਨੂੰ। ਕੁੜੀਆਂ ਨੇ ਮੇਰੇ ਕੋਲ ਸ਼ਿਕਾਇਤ ਕੀਤੀ। ਮੈਂ ਆਖਿਆ, ਉਹਨਾਂ ਦੀਆਂ ਗੱਲਾਂ ਦਾ ਬੁਰਾ ਨਾ ਮਨਾਓ। ਤੁਹਾਨੂੰ ਕਿਹੜਾ ਉਹਨਾਂ ਨੇ ਗੋਲੀ ਮਾਰ ਦਿੱਤੀ, ਬਸ 4 ਬੋਲੀਆਂ ਹੀ ਤੇ ਮਾਰੀਆਂ ਨੇ। ਤੁਸੀਂ ਇੱਥੇ ਸਟੇਜ ਉੱਤੇ ਆਪਣੇ ਜਮਾਤੀਆਂ ਨਾਲ ਮਿਲ ਕੇ ਕੰਮ ਕਰਦੀਆਂ ਹੋ, ਕਿਸੇ ਇਸ਼ਕੀਆ ਸ਼ੀਨ ਵਿੱਚ ਜੱਫੀਆਂ ਪਾਉਂਦੀਆਂ ਹੋ, ਅੰਬਾਂ ਹੇਠ ਬੈਠ ਕੇ ਉਹਨਾਂ ਨਾਲ ਹੱਸ-ਹੱਸ ਕੌਫੀ ਪੀਂਦੀਆਂ ਹੋ। ਹੋਸਟਲਾਂ ਦੇ ਮੁੰਡੇ ਸੜਦੇ ਨੇ, ਜੇ ਤੁਸੀਂ ਉਹਨਾਂ ਨਾਲ ਰਤਾ ਹੱਸ ਕੇ ਗੱਲ ਕਰ ਲਓ ਤਾਂ ਉਹ ਵਧੀਆ ਦੋਸਤ ਬਣ ਜਾਣਗੇ। ਮੈਂ ਮੁੰਡਿਆਂ ਨੂੰ ਬੁਲਾਇਆ ਤੇ ਆਖਿਆ ਕਿ ਉਹ ਓਪਨ ਏਅਰ ਥੀਏਟਰ ਦੀਆਂ ਪੌੜੀਆਂ ਤੇ ਬੈਠ ਕੇ ਰਿਹਰਸਲ ਦੇਖ ਸਕਦੇ ਸਨ। ਉਹ ਢਾਣੀਆਂ ਬੰਨ ਆਏ, ਰਿਹਰਸਲ ਦੇਖਦੇ ਰਹੇ ਤੇ ਫਿਰ ਸੰਤੁਸ਼ਟੀ ਨਾਲ ਚਲੇ ਗਏ। ਮੈਨੂੰ ਇਹਨਾਂ ਮੁੰਡਿਆਂ ਨਾਲ ਹਮਦਰਦੀ ਸੀ। ਜੱਟਾਂ ਦੇ ਉੱਚੇ ਲੰਮੇ ਗੱਭਰੂ, ਜਵਾਨੀ ਤੇ ਵੇਗ ਨਾਲ ਭਰੇ ਹੋਏ। ਇਸ ਉਮਰ ਵਿੱਚ ਕੁੜੀਆਂ ਦੇ ਇਸ਼ਕ ਵਿੱਚ ਕੰਧਾ ਭੰਨ ਦਿੰਦੇ ਹਨ। ਇਹ ਮੁੰਡੇ ਸੁਪਨਿਆਂ ਵਿੱਚ ਸ਼ਾਇਦ ਇਹਨਾਂ ਕੁੜੀਆਂ ਨਾਲ ਸੌਂਦੇ ਹੋਣ, ਪਰ ਦਿਨ ਵਿੱਚ ਇਹਨਾਂ ਨੂੰ ਦੇਖ ਕੇ ਗੱਲ ਨਹੀਂ ਸਨ ਕਰ ਸਕਦੇ, ਦੂਰੋਂ ਹੀ ਤੜਫਦੇ ਸਨ। ਆਪਣੇ ਆਪਣੇ ਕਿਊਬੀਕਲਾਂ ਵਿੱਚ ਬੰਦ, ਪੱਥਰ ਦੇ ਘੁਰਨਿਆਂ ਵਿੱਚ ਕੈਦ ਕੀਤੇ ਹੋਏ ਇਹ ਮੁੰਡੇ ਪਾਗਲਪਨ ਵਿੱਚ ਡੱਕੇ ਮਰੀਜ਼ਾਂ ਵਾਂਗ ਸਨ। ਉਹ ਆਪਣੇ ਜਜ਼ਬਿਆਂ ਉੱਤੇ ਕਾਬੂ ਪਾਈ, ਆਪਣੇ ਸ਼ੂਗ ਦੇ ਕਾਮਵੇਗ ਨੂੰ ਰੋਕੀ, ਮਾਲਬਸ ਦੇ ਸਿਧਾਂਤ ਅਤੇ ਅਰਾਸਤੂ ਦੇ ਕਾਵਿ ਸ਼ਸਤਰ ਨੂੰ ਘੋਟੇ ਲਾਉਂਦੇ ਹੋਏ ਸੰਤਾਪ ਕੱਟ ਰਹੇ ਸਨ। ਕੁੜੀਆਂ ਦੇ ਹੋਸਟਲ ਮੱਧਕਾਲ ਦੇ ਭੋਰੇ ਸਨ, ਜਿੱਥੇ ਉਹਨਾਂ ਨੂੰ ਡੱਕ ਕੇ ਰੱਖਿਆ ਹੋਇਆ ਸੀ। ਸੂਰਜ ਛਿਪਣ ਸਾਰ ਜੰਤਰੇ ਲੱਗ ਜਾਂਦੇ ਸਨ। ਮੋਟੀਆਂ-ਮੋਟੀਆਂ ਮਾਈਆਂ ਤੇ ਵਾਰਡਨਾਂ ਉਹਨਾਂ ਉੱਤੇ ਪਹਿਰਾ ਦਿੰਦੀਆਂ। ਇਸ਼ਕ ਤੇ ਪਿਆਰ ਦੀ ਖੁਰਾਕ, ਸੈਕਸ ਅਪੀਲ ਦੇ ਗੁਦਾਮ। ਗਰੀਬ ਮੁੰਡੇ ਇਹਨਾਂ ਹੁਸਨ ਦੇ ਜ਼ਖੀਰਿਆਂ ਨੂੰ ਦੂਰੋਂ ਭੁੱਖੀਆਂ ਨਜ਼ਰਾਂ ਨਾਲ ਦੇਖਦੇ। ਰਾਤ ਨੂੰ ਉਹ ਦਾਰੂ ਪੀ ਕੇ ਕੁੜੀਆਂ ਦੇ ਹੋਸਟਲ ਵੱਲ ਮੂੰਹ ਕਰਕੇ ਚੀਕਾਂ ਮਾਰਦੇ।
ਉਹਨਾਂ ਦੇ ਨੱਪੇ ਹੋਏ ਕਾਮ ਵੇਗ ਦੇ ਧੂੰਏਂ ਉੱਠਦੇ। ਹਮੇਸ਼ਾ ਇਸ ਗੱਲ ਦਾ ਖਤਰਾ ਸੀ ਕਿ ਜੇ ਇਹ ਚੀਕਾਂ ਵੀ ਨਾ ਮਾਰਨ ਤਾਂ ਸ਼ਾਇਦ ਕਦੇ ਕੁੜੀਆਂ ਦੇ ਹੋਸਟਲਾਂ ਉੱਤੇ ਜਿਨਸੀ ਇਨਕਲਾਬ ਦਾ ਨਾਅਰਾ ਲਾਉਂਦੇ ਹੋਏ ਤਾਬਾ ਹੀ ਨਾ ਬੋਲ ਦੇਣ। ਮਾਲ ਗੋਦਾਮ ਵਿੱਚ ਸਾਂਭੀਆਂ ਸੁੱਚੀਆਂ ਬੋਰੀਆਂ ਨੂੰ ਲੁੱਟਣ ਕਿ ਇਸ ਤੋਂ ਬਿਹਤਰ ਨਹੀਂ ਕਿ ਇਹ ਹਵਾ ਵਿੱਚ ਹੀ ਚੀਕਾਂ ਮਾਰ ਕੇ ਆਪਣੇ ਇਸ਼ਕ ਦੇ ਨੇਜ਼ਿਆਂ ਨਾਲ ਖਲਾਅ ਨੂੰ ਵਿੰਨਣ ਤੇ ਥੱਕ ਟੁੱਟ ਕੇ ਆਪਣੀ ਸੁੰਨੀਆਂ ਮੰਜੀਆਂ ਉੱਪਰ ਬੇਹੋਸ਼ ਜਾ ਡਿੱਗਣ। ਮੁਲਕ ਦੇ ਹਾਲਾਤ ਤੇਜ਼ੀ ਨਾਲ ਬਦਲੇ ਹੋਏ ਸਨ। ਫਸਾਦ, ਹੜਤਾਲਾਂ, ਘਿਰਾਓ, ਚੀਜ਼ਾਂ ਦੇ ਭਾਅ ਵੱਧ ਰਹੇ ਸਨ। ਇਹਨਾਂ ਨੂੰ ਕੌਣ ਰੋਕੇਗਾ? ਲੋਕ ਕਬੀਲਦਾਰੀ ਦੇ ਕੋਹਲੂ ਅੱਗੇ ਜੁੱਤੇ ਹੋਏ ਮਿਹਨਤ ਕਰਦੇ, ਕਮਾਉਂਦੇ, ਰੋਂਦੇ, ਝਗੜਦੇ ਜੂਨ ਕੱਟ ਰਹੇ ਸਨ। ਗਰੀਬੀ ਦੇ ਵਿਰੁੱਧ ਸੰਗਰਾਮ ਕਰਦੀ ਜਾਰੀ ਸੀ। ਭੁੱਖ ਨੂੰ ਮਿਟਾਉਣ ਲਈ ਭਾਸ਼ਣ ਦਿੱਤੇ ਜਾ ਰਹੇ ਸਨ, ਪਰ ਇਸ ਦੇ ਨਾਲ ਹੀ 5 ਸਟਾਰ ਹੋਟਲ ਤੇ ਆਲੀਸ਼ਾਨ ਬੰਗਲੇ ਉਸਰ ਰਹੇ ਸਨ। ਮੋਟੇ ਲੀਡਰ ਹੋਰ ਮੋਟੇ ਹੋ ਰਹੇ ਸਨ। ਵੱਡੇ ਸ਼ਹਿਰਾਂ ਵਿੱਚ ਇੰਦਰਾ ਗਾਂਧੀ ਦੇ ਵਿਰੁੱਧ ਜਲੂਸ ਕੱਢੇ ਗਏ। ਉਸ ਦੇ ਖਿਲਾਫ ਜਲਸੇ ਹੋਏ, ਨਾਅਰੇ ਲੱਗੇ, ਇੰਦਰਾ ਕੋ ਹਟਾਓ, ਗੱਦੀ ਛੋੜ ਦਿਓ। ਇੰਦਰਾ ਗਾਂਧੀ ਪਰੇਸ਼ਾਨ ਤੇ ਦੁਖੀ ਸੀ। ਉਸ ਨੇ ਕਈ ਵਾਰ ਐਲਾਨ ਕੀਤਾ ਕਿ ਸਾਲ ਪਿੱਛੋਂ ਹੀ ਨਿਯਮ ਅਨੁਸਾਰ ਪਾਰਲੀਮੈਂਟ ਦੀਆਂ ਚੋਣਾਂ ਹੋਣਗੀਆਂ ਤੇ ਉਸ ਵੇਲੇ ਲੋਕ ਆਪਣਾ ਫਤਵਾ ਦੇ ਦੇਣ, ਪਰ ਲੋਕ ਕਾਹਲੇ ਸਨ। ਜੈ ਪ੍ਰਕਾਸ਼ ਨਾਰਾਇਣ ਨੇ ਇੰਦਰਾ ਦੇ ਵਿਰੁੱਧ ਭਾਰੀ ਸੰਗਰਾਮ ਚਲਾਇਆ ਤੇ ਕਾਨੂੰਨ ਤੇ ਸ਼ਾਸਨ ਦਾ ਚੌਖਟਾ ਹਿੱਲ ਗਿਆ। ਆਪਾ ਧਾਪੀ ਮਚ ਗਈ। ਇੰਦਰਾ ਨੇ ਖਿੱਚ ਕੇ ਐਮਰਜੈਂਸੀ ਠੋਕ ਦਿੱਤੀ। ਬਹੁਤ ਸਾਰੇ ਲੀਡਰ ਅੰਦਰ ਕਰ ਦਿੱਤੇ ਤੇ ਅਖਬਾਰਾਂ ਉੱਤੇ ਸੈਂਸਰ ਬਿਠਾ ਦਿੱਤੇ ਤੇ ਪੁਲਿਸ ਦਾ ਨਿਜ਼ਾਮ ਕਰੜਾ ਕਰ ਦਿੱਤਾ। ਇੱਕ ਹਫ਼ਤੇ ਵਿੱਚ ਹੀ ਉਸਨੇ ਬਗਾਵਤ ਨੂੰ ਕੁਚਲ ਦਿੱਤਾ। ਸਾਰੀ ਪੁਲਿਸ, ਫੌਜ ਅਤੇ ਅਫਸਰਸ਼ਾਹੀ ਉਸਦੇ ਨਾਲ ਸੀ। ਮੁਲਕ ਦੇ ਕਲਾਕਾਰ, ਬੁੱਧੀਜੀਵ, ਲੇਖਕ, ਚਿੱਤਰਕਾਰ ਤੇ ਕਾਰਖਾਨੇਦਾਰ ਵੀ ਉਸਦੀ ਹਮਾਇਤ ਵਿੱਚ ਸਨ। ਇੱਕ ਨਵਾਂ ਯੁੱਗ ਆਰੰਭ ਹੋ ਗਿਆ, ਐਮਰਜੈਂਸੀ ਦਾ ਯੁੱਗ। ਜੈ ਸ਼੍ਰੀ ਨੂੰ ਗ੍ਰਿਫਤਾਰ ਕਰ ਲਿੱਤਾ ਕਿਉਂਕਿ ਉਸਨੇ ਖੱਬੇ ਪੱਖੀ ਨਕਸਲਵਾਦੀਆਂ ਨਾਲ ਕੰਮ ਕਰਦੀ ਸੀ। ਉਹ ਅੰਡਰਗਰਾਉਂਡ ਤਹਿਰੀਕ ਨਾਲ ਸੰਬੰਧਿਤ ਸੀ ਅਤੇ ਬਾਗੀ ਇਨਕਲਾਬੀਆਂ ਦੀ ਮਦਦ ਲਈ ਦੱਖਣ ਵਿੱਚ ਚਲੀ ਗਈ ਸੀ। ਇਹਨਾਂ ਦੀ ਮਦਦ ਲਈ ਉਸਨੇ ਸਤੀਸ਼ ਗੁਜਰਾਲ ਦੀ ਪੇਂਟਿੰਗ ਇੱਕ ਗੁਜਰਾਤੀ ਸੇਠ ਨੂੰ 4000 ਰੁਪਏ ਵਿੱਚ ਵੇਚੀ ਤੇ ਇਹ ਰੁਪਏ ਇਨਕਲਾਬੀ ਤਹਿਰੀਕ ਨੂੰ ਦੇ ਦਿੱਤੇ ਸਨ। ਮੈਂ ਜਾਣਦਾ ਸੀ ਕਿ ਉਹ ਕੋਈ ਵੱਡੀ ਇਨਕਲਾਬਣ ਨਹੀਂ ਅਤੇ ਨਾ ਹੀ ਕਿਸੇ ਚੀਜ਼ ਨਾਲ ਬਹੁਤੀ ਦੇਰ ਜੁੜੀ ਰਹਿ ਸਕਦੀ ਸੀ, ਪਰ ਉਸਦੇ ਪੇਂਟਿੰਗ ਵੇਚਣ ਤੇ ਇਨਕਲਾਬੀਆਂ ਨੂੰ ਰੁਪਏ ਦੇਣ ਤੇ ਮੇਰੇ ਤੇ ਗਹਿਰਾ ਅਸਰ ਕੀਤਾ। ਇਨਕਲਾਬੀ ਪਾਰਟੀ ਲਈ ਚੰਦਾ ਇਕੱਠਾ ਕਰਨ ਵਾਸਤੇ ਉਹ ਸਭ ਕੁਝ ਕਰ ਰਹੀ ਸੀ। ਯੂਨੀਵਰਸਿਟੀ ਦੇ ਕੈਂਪਸ ਵਿੱਚ ਇੰਦਰਾ ਗਾਂਧੀ ਬਾਰੇ ਚੁੱਪ-ਚਪੀਤੀਆਂ ਗੱਲਾਂ ਹੋਈਆਂ। ਪ੍ਰੋਫੈਸਰ ਬੋਲਣ ਤੇ ਲਿਖਣ ਦੀ ਆਜ਼ਾਦੀ ਬਾਰੇ ਬਹਿਸਾਂ ਕਰਦੇ, ਪਰ ਛੇਤੀ ਹੀ ਉਹਨਾਂ ਨੇ ਸਮਝ ਲਿਆ ਕਿ ਇੰਦਰਾ ਗਾਂਧੀ ਪੱਗੇ ਇਰਾਦੇ ਵਾਲੀ ਹੈ, ਆਪਣੇ ਹੁਕਮ ਦੇ ਫੈਸਲੇ ਦੀ ਧਨੀ ਹੈ। ਕੁਝ ਪ੍ਰੋਫੈਸਰ ਫੜੇ ਗਏ ਤੇ ਕੁਝ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਫੌਰਨ ਪ੍ਰੋਫੈਸਰ ਤੇ ਬੁੱਧੀਜੀਵ ਵਰਗ ਐਮਰਜੈਂਸੀ ਦੇ ਗੁਣ ਗਾਉਣ ਲੱਗ ਪਿਆ। ਐਮਰਜੈਂਸੀ ਨੂੰ ਇੱਕ ਸਮਾਜਿਕ ਚਮਤਕਾਰ ਆਖਣ ਲੱਗੇ ਤੇ ਇੰਦਰਾ ਗਾਂਧੀ ਨੂੰ ਦੇਵੀ। ਕਈ ਫੋਰਮ ਸਥਾਪਿਤ ਕੀਤੇ ਗਏ, ਕਲਾਕਾਰਾਂ ਦਾ ਫੋਰਮ, ਡਾਕਟਰਾਂ ਦਾ ਫੋਰਮ, ਲੇਖਕਾਂ ਦਾ ਫੋਰਮ, ਵਕੀਲਾਂ ਦਾ ਫੋਰਮ, ਪ੍ਰੋਫੈਸਰਾਂ ਦਾ ਫੋਰਮ। ਕੈਂਪਸ ਦੇ ਪ੍ਰੋਫੈਸਰ ਇੰਦਰਾ ਗਾਂਧੀ ਦੇ 20 ਨੁਕਾਤੀ ਪ੍ਰੋਗਰਾਮਾਂ ਦੇ ਸੋਲੇ ਗਾਉਣ ਲੱਗੇ। ਕਈਆਂ ਨੇ ਖੂਨ ਨਾਲ ਦਸਤਖਤ ਕੀਤੇ। ਇਸ ਫੋਰਮ ਦੇ ਕਈ ਚੌਧਰੀ ਸਨ। ਉਹਨਾਂ ਵਿੱਚੋਂ ਇੱਕ ਪੁੱਚਰ ਮੇਲ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਵੱਡੇ ਹਾਲ ਵਿੱਚ ਪੰਜਾਬ ਦੇ ਅਧਿਆਪਕਾਂ ਨੂੰ ਇੱਕ ਵੱਡੇ ਪਲੇਟਫਾਰਮ ਤੇ ਇਕੱਠੇ ਹੋਣ ਦਾ ਨਿਮੰਤਰਣ ਦਿੱਤਾ। ਪਰ ਇਹਨਾਂ ਪ੍ਰੋਫੈਸਰਾਂ ਨੂੰ ਇਕੱਠਾ ਕਿੱਦਾਂ ਕੀਤਾ ਜਾਏ? ਉਸਨੇ ਇੱਕ ਕਾਰਪੋਰੇਸ਼ਨ ਨਾਲ ਮਿਲ ਕੇ 500 ਟੀਚਰਾਂ ਲਈ ਤੰਦੂਰੀ ਮੁਰਗਿਆਂ ਦਾ ਲੰਚ ਦਾ ਪ੍ਰਬੰਧ ਕੀਤਾ। ਬਸ ਇਹ ਕਾਫੀ ਸੀ। ਤੁਸੀਂ ਕਿਸੇ ਪੰਜਾਬੀ ਨੂੰ ਆਖੋ ਕਿ ਘਣਾ ਜੰਗਲ ਹੈ, ਉਸ ਵਿੱਚ ਸ਼ੇਰ ਹੈ, ਅੱਗੇ ਤੂਫਾਨੀ ਦਰਿਆ ਤੇ ਉਸ ਤੋਂ ਪਾਰ ਰੇਤਲੇ ਤੱਟ ਤੇ ਫਨੀਅਰ ਨਾਗ ਤੇ ਇਹਨਾਂ ਸਭ ਨੂੰ ਲੰਘ ਕੇ ਤੰਦੂਰੀ ਮੁਰਗੇ ਦਾ ਲੰਚ। ਪੰਜਾਬੀ ਇਹਨਾਂ ਸਾਰਿਆਂ ਖਤਰਿਆਂ ਨੂੰ ਪਾਰ ਕਰਕੇ ਉੱਥੇ ਪਹੁੰਚੇਗਾ। ਯੂਨੀਵਰਸਿਟੀ ਹਾਲ ਵਿੱਚ 1000 ਤੋਂ ਵੱਧ ਟੀਚਰਾਂ ਦਾ ਇਕੱਠ ਹੋ ਗਿਆ। ਮੈਂ ਯੂਨੀਵਰਸਿਟੀ ਦੀਆਂ ਕਾਨਫਰੰਸਾਂ ਵਿੱਚ ਘੱਟ ਹੀ ਸ਼ਾਮਲ ਹੁੰਦਾ ਸਾਂ, ਕਿਸੇ ਸੈਮੀਨਾਰ ਵਿੱਚ ਘੱਟ ਹੀ ਜਾਂਦਾ ਸਾਂ। ਇੱਥੇ ਰਟੇ ਰਟਾਏ ਭਾਸ਼ਣ, ਚਿੱਥੇ ਉਗਲੇ ਫਿਕਰੇ ਤੇ ਬਾਸੀ ਖਿਆਲਾਂ ਦਾ ਪ੍ਰਗਟਾਵਾ ਹੁੰਦਾ। ਮੈਂ ਇਹਨਾਂ ਤੋਂ ਥੱਕ ਗਿਆ ਸਾਂ। ਮੈਂ ਇੰਨਾ ਵਕਤ ਕਾਹਵਾ ਪੀਣ, ਕਿਸੇ ਦੋਸਤ ਨੂੰ ਮਿਲਣ ਜਾਂ ਬੱਚਿਆਂ ਨਾਲ ਖੇਡਣ ਵਿੱਚ ਗੁਜ਼ਾਰਦਾ ਜਾਂ ਥੀਏਟਰ ਵਿੱਚ ਮੁੰਡਿਆਂ ਦੀਆਂ ਰਿਹਰਸਲਾਂ ਕਰਨ ਲੱਗਦਾ। ਇੱਕ ਵਾਰ ਮੈਂ ਯੂਨੀਵਰਸਿਟੀ ਦੀ ਕਨਵੈਨਸ਼ਨ ਵਿੱਚ ਗਿਆ। ਹਰ ਪ੍ਰੋਫੈਸਰ ਨੂੰ ਕਾਲਾ ਗਾਊਨ ਪਾ ਕੇ ਇੱਕ ਕਤਾਰ ਵਿੱਚ ਤੁਰਨਾ ਪੈਂਦਾ। ਮੈਂ ਵੀ ਕਾਲੇ ਕਾਵਾਂ ਵਿੱਚ ਸ਼ਾਮਲ ਹੋ ਕੇ ਕਤਾਰ ਵਿੱਚ ਤੁਰਿਆ ਤੇ ਸਟੇਜ ਉੱਤੇ ਇੱਕ ਪਾਸੇ ਬੈਠ ਗਿਆ। ਕਨਵੈਨਸ਼ਨ ਦੀ ਬੇਜਾਨ ਰਸਮ ਤੱਕਣ ਵਾਈਸ ਪ੍ਰੈਜ਼ੀਡੈਂਟ ਗਿਰੀ ਚੌਵੇ ਸਫ਼ੇ ਦਾ ਛਪਿਆ ਹੋਇਆ ਭਾਸ਼ਣ ਪੜ੍ਹ ਰਿਹਾ ਸੀ। ਪੰਜਾਬੀ ਮੁੰਡਿਆਂ ਨੂੰ ਇਸ ਦਾ ਸੁਨੇਹਾ ਉਹ ਬਹੁਤ ਹੌਲੀ-ਹੌਲੀ ਬੋਲਦਾ ਸੀ। ਉਸਦਾ ਸਾਹ ਧੌਂਕਣੀ ਵਾਂਗ ਚੱਲ ਰਿਹਾ ਸੀ। ਹਰ ਫਿਕਰੇ ਨੂੰ ਤੋੜ ਕੇ ਤੇ ਸਾਹ ਲੈ ਕੇ ਹਫੀ ਹੋਈ ਗਤੀ ਵਿੱਚ ਪੜ੍ਹ ਰਿਹਾ ਸੀ। ਜਦੋਂ ਉਹ 14ਵੇਂ ਸਫ਼ੇ ਤੇ ਪੁੱਜਾ, ਮੇਰੇ ਲਈ ਬੈਠਣਾ ਮੁਸ਼ਕਲ ਹੋ ਗਿਆ। ਇਉਂ ਲੱਗਿਆ ਕਿ ਮੈਂ 25 ਸਾਲਾਂ ਤੋਂ ਇਸੇ ਕੁਰਸੀ ਵਿੱਚ ਬੈਠਾ ਸਾਂ। ਵਕਤ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ। ਜਵਾਨ ਮੁੰਡੇ ਕੁੜੀਆਂ ਦੇ ਚਿਹਰਿਆਂ ਉੱਤੇ ਬੋਰੀਅਤ। ਮੈਂ ਮਨ ਨੂੰ ਕਿਸੇ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ, ਭੁੱਲੀਆਂ ਗੱਲਾਂ ਯਾਦ ਕੀਤੀਆਂ।
ਪਰ ਵਕਤ ਉੱਥੇ ਹੀ ਖੜੋ ਗਿਆ ਸੀ ਤੇ ਮੈਂ ਉੱਥੋਂ ਦੌੜਨਾ ਚਾਹਿਆ, ਪਰ ਮੇਰੇ ਪਿੱਛੇ ਪ੍ਰੋਫੈਸਰ ਤੇ ਡੀਨ ਕੁਰਸੀਆਂ ਮੱਲੀ ਬੈਠੇ ਸਨ। ਮੈਂ ਆਪਣੇ ਆਪ ਨੂੰ ਲਾਹਨਤ ਪਾਈ ਕਿ ਮੈਂ ਇੱਥੇ ਕਿਉਂ ਆਇਆ। ਕੀਮਤੀ ਜ਼ਿੰਦਗੀ ਤਬਾਹ ਹੋ ਰਹੀ ਸੀ। ਮੈਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਮਾਫ਼ ਕਰਾਂਗਾ। ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਮਾਫ਼ ਕਰਾਂਗਾ। ਹਾਲੇ ਗਿਰੀ 16ਵੇਂ ਸਫ਼ੇ ਉੱਤੇ ਹੀ ਸਨ। ਹਰ ਸਫ਼ਾ ਲੰਬਾ ਹੋ ਕੇ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ। ਉਸ ਪਿੱਛੋਂ ਮੈਂ ਕਦੀ ਕਿਸੇ ਕਨਵੈਨਸ਼ਨਲ ਤੇ ਨਹੀਂ ਸੀ ਗਿਆ। ਮੈਨੂੰ ਪੰਜਾਬੀ ਲਿਖਾਰੀ ਸਭਾ ਤੋਂ ਚਿੱਠੀ ਆਈ ਕਿ ਮੈਂ ਉਹਨਾਂ ਅੱਗੇ ਪੇਸ਼ ਹੋਵਾਂ ਤੇ ਦੱਸਾਂ ਕਿ ਮੈਂ ਪੰਜਾਬੀ ਸਾਹਿਤ ਨੂੰ ਕਿਉਂ ਭ੍ਰਸ਼ਟ ਕਰ ਰਿਹਾ ਸਾਂ। ਮੈਂ ਇਸ ਲਿਖਾਰੀ ਸਭਾ ਦੇ ਮੁੱਢਲੇ ਮੈਂਬਰਾਂ ਵਿੱਚੋਂ ਸਾਂ ਤੇ ਇਸ ਦੇ ਘੋਲ ਵਿੱਚ ਦੇ ਸੰਗਰਾਮ ਵਿੱਚ ਹਿੱਸਾ ਲੈਂਦਾ ਰਿਹਾ। ਜਦੋਂ 1956 ਪਿੱਛੋਂ ਖੱਬੇ ਪੱਖੀ ਸੰਸਥਾਵਾਂ ਨੂੰ ਸਰਕਾਰ ਦਰਬਾਰੋਂ ਅੰਦਰੋਂ ਮਿਲਣ ਲੱਗਾ ਤਾਂ ਇਸ ਵਿੱਚ ਹਰ ਸੱਜਾ ਪੱਖੀ ਚੌਧਰੀ ਦਾਖਲ ਹੋ ਗਿਆ। ਕਰਮਾਂ ਦਾ ਫਿਰ ਇਸ ਤਰ੍ਹਾਂ ਹੋਇਆ ਕਿ ਇਸ ਇਨਕਲਾਬ ਜਮਾਤ ਦਾ ਪ੍ਰਧਾਨ ਸਾਧੂ ਸਿੰਘ ਹਮਦਰਦ ਸੀ, ਜੋ ਆਪਣੇ ਪਿਛਾਂ ਖਿੱਚੂ ਵਿਚਾਰਾਂ ਲਈ ਮਸ਼ਹੂਰ ਸੀ। ਇਸ ਚਿੱਠੀ ਉੱਤੇ ਸਾਧੂ ਸਿੰਘ ਹਮਦਰਦ ਦਾ ਠੱਪਾ ਸੀ। ਮੈਂ ਬਹੁਤ ਹੈਰਾਨ ਹੋਇਆ। ਇਹ ਗਸ਼ਤੀ ਚਿੱਠੀ ਪੜ੍ਹ ਕੇ ਲਿਖਾਰੀ ਸਭਾ ਦੇ ਚੌਧਰੀਆਂ ਨੂੰ ਮੇਰੇ ਉੱਤੇ ਇਸ ਗੱਲ ਦਾ ਗੁੱਸਾ ਆਇਆ ਕਿ ਮੈਂ ਆਪਣੇ ਇੱਕ ਰੇਖਾ ਚਿੱਤਰ ਕਾੜਨੀ ਵਿੱਚ ਜੋ ਪੰਜਾਬੀ ਕਹਾਣੀਕਾਰ ਅਜੀਤ ਗੌਰ ਬਾਰੇ ਲਿਖਿਆ ਸੀ, ਮੰਮਾ ਸ਼ਬਦ ਕਿਉਂ ਵਰਤਿਆ। ਇਹ ਲੁੱਚਾਪਨ ਸੀ, ਅਸ਼ਲੀਲ ਬਕਵਾਸ। ਉਹਨਾਂ ਨੇ ਇਹ ਗਸ਼ਤੀ ਚਿੱਠੀ ਪੰਜਾਬੀ ਦੇ ਅਖਬਾਰਾਂ ਤੇ ਰਸਾਲਿਆਂ ਨੂੰ ਤੇਜ਼ੀ ਨਾਲ ਹੀ ਤਾਕੀਦ ਕੀਤੀ ਕਿ ਉਹ ਅੱਗੇ ਤੋਂ ਮੇਰੀ ਕੋਈ ਰਚਨਾ ਨਾ ਛਾਪਣ। ਬਲਵੰਤ ਗਾਰਗੀ ਪੰਜਾਬੀ ਭਾਸ਼ਾ ਨੂੰ ਤਬਾਹ ਕਰ ਰਿਹਾ ਹੈ ਤੇ ਇਹ ਗੱਲ ਕੋਈ ਐਵੇਂ ਅਬੋਲ ਨਹੀਂ ਸੀ। ਇਸ ਪਿੱਛੋਂ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਸੀ। ਇਹ ਸਾਜ਼ਿਸ਼ ਸੀ। ਉਹਨਾਂ ਨੇ ਮੈਨੂੰ ਆਪਣੀ ਕਚਹਿਰੀ ਵਿੱਚ ਪੇਸ਼ ਹੋਣ ਲਈ ਆਖਿਆ। ਮੈਂ ਇਸ ਚਿੱਠੀ ਨੂੰ ਪੜ੍ਹ ਕੇ 4 ਟੋਟੇ ਕਰਕੇ ਰੱਦੀ ਵਿੱਚ ਸੁੱਟਿਆ। ਫਿਰ ਤਾਂ ਸੋਚਿਆ ਤੇ 4 ਟੁਕੜੇ ਚੁੱਕ ਕੇ ਆਪਣੀ ਫਾਈਲ ਵਿੱਚ ਰੱਖ ਲਏ ਤਾਂ ਕਿ ਇਹ ਕਿਸੇ ਵੇਲੇ ਕੰਮ ਆਉਣ। ਮੈਂ ਖੁਦ ਵੀ ਸ਼ਾਇਦ ਕਿਤੇ ਯਕੀਨ ਨਾ ਕਰਦਾ ਕਿ ਉਹ ਮੈਨੂੰ ਆਪਣੇ ਤਰ੍ਹਾਂ ਦੀ ਅੰਨੇ ਡੰਡ ਵਾਲੀ ਚਿੱਠੀ ਭੇਜ ਸਕਦੇ ਹਨ। ਪੰਜਾਬੀ ਵਿੱਚ ਲਿਖਣਾ ਹੀ ਬਜ਼ਾਤੇ ਖੁਦ ਇੱਕ ਤਰੱਕੀ ਪਸੰਦ ਕਰਮ ਹੈ। ਆਪਣੀ ਜ਼ਬਾਨ ਵਿੱਚ ਉਸ ਨੂੰ ਸਦੀਆਂ ਤੋਂ ਕਦੇ ਉਰਦੂ, ਕਦੇ ਫਾਰਸੀ, ਕਦੇ ਅੰਗਰੇਜ਼ੀ, ਕਦੇ ਹਿੰਦੀ ਨੇ ਆ ਕੇ ਦੱਬਿਆ। ਇਹ ਪੰਜਾਬ ਵਿੱਚ ਰਚਨਾ ਆਪਣੀ ਧਰਤੀ ਤੇ ਆਪਣੀ ਸੱਭਿਅਤਾ ਨਾਲ ਹੀ ਪਿਆਰ ਦੀ ਨਿਸ਼ਾਨੀ ਹੈ। ਇਹ ਜ਼ਬਾਨ ਜਿਸ ਦੇ ਨਾਅਰੇ ਸਭ ਲਾਉਂਦੇ ਹਨ, ਪਰ ਇਸ ਨੂੰ ਪੜ੍ਹਦੇ ਬਹੁਤ ਘੱਟ ਹਨ। ਇਸ ਜ਼ਬਾਨ ਵਿੱਚ ਲਿਖਣਾ, ਉਹ ਚਾਹੇ ਚੋਰ ਦੀ ਕਹਾਣੀ ਹੋਵੇ, ਚਾਹੇ ਰੰਡੀਆਂ ਦੀ, ਚਾਹੇ ਇਨਕਲਾਬੀਆਂ ਦੀ, ਇੱਕ ਲੇਖਕ ਦੀ ਸਹੀ ਅਰਥਾਂ ਵਿੱਚ ਜਗ ਸੇਵਾ। ਇਸ ਵਿੱਚ ਨਸ਼ਾ ਵੀ ਹੈ, ਆਨੰਦ ਵੀ ਤੇ ਭੁੱਖ ਨਾਲ ਘੋਲ ਵੀ। ਮੈਂ ਸੋਚਣ ਲੱਗਾ, ਪੰਜਾਬੀ ਜ਼ਬਾਨ ਵਿੱਚ ਕੌਣ ਵਿਸ਼ਵਾਸ ਰੱਖਦਾ ਹੈ। ਵੱਡੇ ਵੱਡੇ IAS ਅਫਸਰਾਂ, ਜੱਜਾਂ, ਜਰਨੈਲਾਂ, ਵਜ਼ੀਰਾਂ, ਆਗੂਆਂ ਅਤੇ ਜਥੇਦਾਰਾਂ ਤੇ ਬੱਚੇ ਤਾਂ ਅੰਗਰੇਜ਼ੀ ਸਕੂਲ ਵਿੱਚ ਤਲੀਮਾਂ ਪਾ ਰਹੇ ਸਨ। ਇਹ ਸਾਜ਼ਿਸ਼ ਸੀ ਉੱਚੇ ਵਰਗ ਦੀ ਕਿ ਜੱਟਾਂ ਦੇ ਕਾਮਿਆਂ ਤੇ ਗਰੀਬਾਂ ਦੇ ਮੁੰਡਿਆਂ ਨੂੰ ਪੰਜਾਬੀ ਪੜ੍ਹਾ ਕੇ ਹਮੇਸ਼ਾ ਲਈ ਅੱਧ ਪੜ੍ਹ ਹੀ ਰੱਖਿਆ ਜਾਵੇ ਤੇ ਇਹਨਾਂ ਤੇ ਹਕੂਮਤ ਕੀਤੀ ਜਾਵੇ। ਜੇ ਮੈਂ ਡਿਕਟੇਟਰ ਹੁੰਦਾ ਤਾਂ ਸ਼ਾਇਦ ਮੈਂ ਇਹ ਫਰਮਾਨ ਜਾਰੀ ਕਰਦਾ ਕਿ ਸਾਡੀ ਮਾਦਰੀ ਭਾਸ਼ਾ ਅੰਗਰੇਜ਼ੀ ਹੈ, ਤਾਂ ਕਿ ਜੱਟਾਂ, ਕਾਮਿਆਂ ਤੇ ਗਰੀਬਾਂ ਦੇ ਬੱਚੇ ਵੀ ਅੰਗਰੇਜ਼ੀ ਪੜ੍ਹ ਸਕਦੇ ਤੇ ਅਜੋਕੇ ਗਿਆਨ ਨੂੰ ਪ੍ਰਾਪਤ ਕਰ ਸਕਦੇ। ਉਹ ਵੀ ਹਾਈ ਕੋਰਟ ਦੇ ਜੱਜ ਅਤੇ IAS ਅਫਸਰ ਤੇ ਵਾਈਸ ਚਾਂਸਲਰ ਬਣ ਸਕਦੇ। ਇਹ ਗੱਦਾਰੀ ਸੀ ਸਬਰ ਤੋਂ ਉੱਪਰਲੇ ਤਬਕੇ ਦੀ। ਮੈਂ ਇਸ ਗੱਲ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ ਸਾਂ। ਪੰਜਾਬੀ ਨੂੰ ਵੇਚਣ, ਇਹਦੇ ਨਾਅਰੇ ਲਾਉਣ ਅਤੇ ਮਾਤ ਭਾਸ਼ਾ ਦੇ ਗਿਆਨ ਦਾ ਵਿਖਾਵਾ ਉਹ ਲੋਕ ਕਰ ਰਹੇ ਸਨ ਜੋ ਅੰਗਰੇਜ਼ੀ ਵਿੱਚ ਭਾਸ਼ਣ ਦਿੰਦੇ ਸਨ। ਮੈਂ ਇਹ ਸੋਚਣ ਲੱਗਾ ਕਿ ਮੈਂ ਖੁਦ ਕਿਸ ਭਾਸ਼ਾ ਵਿੱਚ ਸੋਚਦਾ ਸਾਂ। ਮੇਰੀ ਮਾਂ ਦੀਆਂ ਪ੍ਰਚੰਡ ਗਾਲਾਂ ਠੇਠ ਪੰਜਾਬੀ ਵਿੱਚ ਸਨ। ਬਚਪਨ ਵਿੱਚੋਂ ਮੈਂ ਖਿੱਦੋ ਗੁੰਡੀ ਖੇਡਦਾ ਜੋ ਲੋਕ ਗੀਤ ਸੁਣਦਾ ਸਾਂ, ਉਹ ਤਾਂ ਸ਼ੁੱਧ ਪੰਜਾਬੀ ਵਿੱਚ ਸਨ। ਜਾਸੂਸੀ ਨਾਵਲ, ਨਜ਼ਮਾਂ ਮੈਂ ਉਰਦੂ ਵਿੱਚ ਪੜ੍ਹੀਆਂ। ਆਧੁਨਿਕ ਗਿਆਨ ਅੰਗਰੇਜ਼ੀ ਜ਼ਬਾਨ ਵਿੱਚੋਂ ਆਇਆ। ਮੇਰੇ ਖਿਆਲ ਦਾ ਕੀ ਰੰਗ ਸੀ ਸ਼ਬਦਾਂ ਦੇ ਰੂਪ ਵਿੱਚ। ਅੱਧ ਪੱਕੇ ਖਿਆਲਾਂ ਨੂੰ ਮੈਂ ਕਿਹੜੀ ਭਾਸ਼ਾ ਵਿੱਚ ਬਿਆਨ ਕਰਦਾ। ਕਿਸੇ ਜਜ਼ਬੇ ਦੀ ਕਤਾਰ ਨੂੰ, ਕਿਸੇ ਅੱਧ ਲਿਖੇ ਬਿੰਬ ਨੂੰ ਮੈਂ ਆਪਣੀ ਭਾਸ਼ਾ ਵਿੱਚ ਸੋਚਦਾ ਸਾਂ। ਮੇਰੇ ਸੁਪਨਿਆਂ ਦੀ ਕਿਹੜੀ ਲਿਪੀ ਸੀ। ਜਜ਼ਬੇ ਮੇਰੇ ਅੰਦਰ ਕਈ ਭਾਸ਼ਾਵਾਂ ਵਿੱਚ ਆਉਂਦੇ ਤੇ ਟਕਰਾਉਂਦੇ। ਮੈਂ ਕਈ ਵਾਰੀ ਇੱਕ ਭਾਸ਼ਾ ਵਿੱਚ ਸੋਚਦੇ ਹੋਏ ਨਾਲੋਂ ਨਾਲ ਦੂਸਰੀ ਭਾਸ਼ਾ ਵਿੱਚ ਵੀ ਸੋਚਦਾ ਤੇ ਖਿਆਲਾਂ ਦੀ ਗੱਡੀ ਦੌੜਦੀ ਹੋਈ ਲੀਹਾਂ ਬਦਲਦੀ ਰਹਿੰਦੀ। ਮੇਰਾ ਮਨ ਟੁਕੜੇ ਟੁਕੜੇ ਕਿਉਂ ਨਾ ਹੋ ਗਿਆ। ਇਸ ਦੇ ਸ਼ੀਸ਼ੇ ਵਿੱਚ ਤਰੇੜਾਂ ਕਿਉਂ ਨਾ ਪੈ ਗਈਆਂ। ਇੱਕ ਵਾਰ ਮੇਰੇ ਘਰ ਪਾਰਟੀ ਸੀ। ਸ਼ਰਾਬ ਪੀ ਕੇ ਲੋਕ ਬਹਿਸ ਕਰ ਰਹੇ ਸਨ। ਇੱਕ ਪੁੱਚਰ ਮੇਲ ਪ੍ਰੋਫੈਸਰ ਬੋਲਿਆ, ਅਸੀਂ ਲੋਕ ਨਪੁੰਸਕ ਹਾਂ। 20 ਸਾਲ ਕਲਾਸ ਰੂਮਾਂ ਵਿੱਚ ਭੌਂਕਣ ਪਿੱਛੋਂ ਸਾਡੇ ਸਿਰ ਦੇ ਵਾਲ ਹੀ ਨਹੀਂ ਝੜ ਜਾਂਦੇ, ਸਗੋਂ ਸਾਡੀ ਮਰਦਾਨਗੀ ਵੀ ਖਤਮ ਹੋ ਜਾਂਦੀ ਹੈ। ਅਸੀਂ ਆਪਣੇ ਆਪ ਨੂੰ ਇੰਟੈਲੈਕਚੁਅਲ ਆਖਦੇ ਹਾਂ, ਪਰ ਸਾਡੇ ਵਿੱਚ ਕਿਸੇ ਸਿਧਾਂਤ ਤੇ ਖਿਆਲ ਲਈ ਲੜਨ ਦੀ ਜੁਰਤ ਨਹੀਂ ਹੁੰਦੀ। ਸਾਡਾ ਵੀ ਕੋਈ ਜੂਨ ਹੈ। ਹੁਣ ਅਸੀਂ ਇੰਦਰਾ ਗਾਂਧੀ ਦੇ ਨਾਲ ਹਾਂ, ਪਰ ਜੇ ਕੱਲ੍ਹ ਨੂੰ ਇਹ ਹਟ ਜਾਏ ਤਾਂ ਅਸੀਂ ਨਵੀਂ ਸਰਕਾਰ ਨਾਲ ਹੋ ਜਾਵਾਂਗੇ। ਅਸੀਂ ਦਰਅਸਲ ਸਰਕਾਰੀ ਪਿੱਠੂ ਹਾਂ, ਕੁਰਸੀ ਨੂੰ ਸਲਾਮ ਮਾਰਨ ਵਾਲੇ ਬੁਝਦਲ ਡਰਪੋਕ, ਦੋਗਲੀਆਂ ਗੱਲਾਂ ਕਰਨ ਵਾਲੇ ਪਖੰਡੀ। ਪੁੱਚਰ ਪ੍ਰੋਫੈਸਰ ਨੇ 3 ਪੈਗ ਪੀਤੇ ਹੋਏ ਸਨ ਤੇ ਉਸਦੀਆਂ ਅੱਖਾਂ ਵਿੱਚ ਝੌਲੀ ਚਮਕ ਰਹੀ ਸੀ।
ਉਹ ਹੱਥ ਮਾਰ-ਮਾਰ ਆਪਣੇ ਕਾਲੇ ਦੇ ਦਿਨ ਤੇ ਆਦਰਸ਼ਵਾਦ ਨੂੰ ਯਾਦ ਕਰਦਾ ਹੋਇਆ ਪ੍ਰੋਫੈਸਰ ਜਮਾਤ ਨੂੰ ਭੰਡ ਰਿਹਾ ਸੀ। ਮੈਂ ਪੁੱਛਦਾ, ਸਾਡੇ ਵਿੱਚੋਂ ਕਿਹੜਾ ਮਾਈ ਦਾ ਲਾਲ ਹੈ ਜਿਹੜਾ ਸੱਚੀ ਗੱਲ ਆਖ ਸਕੇ? ਇੱਥੇ ਬੈਠੇ ਅਸੀਂ ਐਮਰਜੈਂਸੀ ਦੇ ਖਿਲਾਫ ਬੋਲਦੇ ਹਾਂ, ਪਰ ਬਾਹਰ ਜਾ ਕੇ ਅਸੀਂ ਸਿਰਫ ਲਫ਼ਜ਼ਾਂ ਦੀਆਂ ਬੰਦੂਕਾਂ ਚਲਾਉਂਦੇ ਹਾਂ। ਪਰ ਬਾਹਰ ਜਾ ਕੇ ਇਸ ਦੇ ਹੱਕ ਵਿੱਚ ਭਾਸ਼ਣ ਦਿੰਦੇ ਹਾਂ। ਇਹ ਜਲਾਲਤ ਹੈ। ਸੱਚ ਤਾਂ ਇਹ ਹੈ ਕਿ ਅਸੀਂ ਸਿਰਫ ਲਫ਼ਜ਼ਾਂ ਦੀਆਂ ਬੰਦੂਕਾਂ ਚਲਾਉਂਦੇ ਹਾਂ। ਆਦਰਸ਼, ਦੇਸ਼ ਪਿਆਰ, ਇਨਕਲਾਬੀ ਗੱਲਾਂ ਸਭ ਬਕਵਾਸ। ਅਸੀਂ ਕਿਸੇ ਗੱਲ ਤੇ ਯਕੀਨ ਨਹੀਂ ਕਰਦੇ। ਸਭ ਬਕਵਾਸ। ਸਭ ਨੂੰ ਪਤਾ ਹੈ ਕਿ ਅਸੀਂ ਕੁਰਸੀ ਦੇ ਨਾਲ ਹਾਂ। ਮੋਟੀ ਤਾਜੀ ਖੂਬਸੂਰਤ ਚਿਹਰੇ ਵਾਲੀ ਰਵਨੀਤ ਕੌਰ ਬੈਠੀ ਕੌਨੀਅਕ ਪੀ ਰਹੀ ਸੀ। ਉਹ ਆਪਣੀ ਜੇਬ ਵਿੱਚ ਹਮੇਸ਼ਾ ਇੱਕ ਨਿੱਕਾ ਜਿਹਾ ਪਿਸਤੌਲ ਰੱਖਦੀ ਸੀ। ਕਿਸੇ ਦੀ ਕੀ ਮਜਾਲ ਕਿ ਉਸਨੂੰ ਛੇੜ ਸਕੇ। ਰਾਤ ਨੂੰ ਉਹ ਆਪਣੀ ਕਾਰ ਵਿੱਚ ਚੰਡੀਗੜ੍ਹ ਦੀਆਂ ਚੌੜੀਆਂ ਸੜਕਾਂ ਉੱਪਰ ਘੁੰਮਦੀ ਹੋਈ ਕਿਸੇ ਢਾਬੇ ਉੱਤੇ ਆਲੂਆਂ ਵਾਲੇ ਪਰਾਂਠੇ ਖਾਂਦੀ ਤੇ ਡਾਂਗ ਗੱਡਵੀਂ ਚਾਹ ਪੀਂਦੀ। ਉਸਦੀਆਂ ਅੱਖਾਂ ਇੱਲ ਦੇ ਆਲਣੇ ਵਾਂਗ ਬੁੱਲ ਜਜ਼ਬੇ ਸਿੰਮੇ ਅਤੇ ਨਕਸ਼ ਕਾਂਗੜਾ ਚਿੱਤਰਕਲਾ ਦੀ ਕਿਸੇ ਮੂਰਤ ਵਾਂਗ ਸਨ। ਉਹ ਰੰਗ ਬਿਰੰਗੇ ਘੱਗਰੇ ਅਤੇ ਸ਼ੀਸ਼ੇ ਜੜੀਆਂ ਫੁਲਕਾਰੀਆਂ ਤੇ ਲਹਿੰਗੇ ਪਹਿਨਦੀ। ਅੱਖਾਂ ਦੇ ਮੇਕਅਪ ਅਨੁਸਾਰ ਲੰਮੇ ਨਹੁੰਆਂ ਉੱਤੇ ਕਾਲਾ ਜਾਂ ਹਰੀ ਪਾਲਿਸ਼ ਲਾਉਂਦੀ। ਉਹ ਪੰਜਾਬ ਸਰਕਾਰ ਦੇ ਕਲਚਰ ਡਿਪਾਰਟਮੈਂਟ ਦੀ ਡਾਇਰੈਕਟਰ ਸੀ ਅਤੇ ਅਫਸਰੀ ਪਰੰਪਰਾਵਾਂ ਤੋਂ ਬਾਗੀ ਜੀਵਨ ਬਤੀਤ ਕਰ ਰਹੀ ਸੀ। ਥੀਏਟਰ ਤੇ ਆਰਟ ਦੀ ਸੂਝ ਰੱਖਣ ਵਾਲੀ ਰਵਨੀਤ ਕੌਰ ਲਲਿਤ ਕਲਾਵਾਂ ਦੀ ਪਾਰਖੂ ਸੀ। ਉਸ ਦੇ ਖੁੱਲ੍ਹੇ ਸੁਭਾਅ ਤੇ ਪਰੰਪਰਾ ਵਿਰੁੱਧ ਸੱਚੀ ਗੱਲ ਮੂੰਹ ਤੇ ਆਖ ਦੇਣ ਲਈ ਬਹੁਤ ਲੋਕ ਉਸ ਦੇ ਨਾਲ ਖਾਰ ਖਾਂਦੇ ਸਨ। ਉਹ ਬੋਲੀ, ਕੌਣ ਪਰਵਾਹ ਕਰਦਾ ਹੈ ਆਰਟ ਦੀ? ਮੈਂ ਆਪਣੇ ਡਿਪਾਰਟਮੈਂਟ ਵਿੱਚ 3 ਵਧੀਆ ਨਾਟਕ ਕੀਤੇ। 3 ਮਹਾਨ ਨਾਟਕਕਾਰਾਂ ਦੇ ਸ਼ਾਹਕਾਰ ਐਕਟਰਾਂ ਨਾਲ ਬੈਠ ਕੇ ਦਿਨ ਰਾਤ ਕੰਮ ਕੀਤਾ। ਉਹਨਾਂ ਨਾਲ ਬੈਠ ਕੇ ਰੋਟੀ ਖਾਧੀ, ਪੁਸ਼ਾਕਾਂ ਦੇ ਡਿਜ਼ਾਈਨ ਚੁਣਦੀ ਤੇ ਬੈਕ ਸਟੇਜ ਕੰਮ ਕਰਦੀ। ਇਸ ਦਾ ਕੀ ਇਨਾਮ ਮਿਲਿਆ? ਮੇਰੇ ਖਿਲਾਫ ਸ਼ਿਕਾਇਤਾਂ, ਪੁੱਛ ਪੜਤਾਲ ਦੇ ਨੋਟਿਸ। ਮੈਂ ਸੋਚਦੀ ਸੀ ਕਿ ਪੰਜਾਬ ਵਿੱਚ ਇੱਕ ਰੈਪਟਰੀ ਥੀਏਟਰ ਕਾਇਮ ਕਰਕੇ ਇਸ ਦਾ ਪੱਧਰ ਉੱਚਾ ਕਰਾਂ, ਪਰ ਸਰਕਾਰ ਨੇ ਮੇਰੀ ਬਦਲੀ ਕਰ ਦਿੱਤੀ। ਹੁਣ ਨਹੀਂ ਪਰਵਾਹ ਕਿ ਉਹ ਮੇਰੀ ਕਿਹੜੀ ਥਾਂ ਲਾਉਂਦੇ ਹਨ, ਭਾਵੇਂ ਮੱਛੀ ਵਿਭਾਗ ਦੇ ਡਾਇਰੈਕਟਰ, ਭਾਵੇਂ ਅੰਕੜਾ ਦੇ ਨਿਰਦੇਸ਼ਕ। ਕੀ ਫਰਕ ਪੈਂਦਾ? ਸ਼ਿਵ ਸਿੰਘ ਕਾਲੀ ਦਾੜੀ ਤੇ ਕਾਲੀ ਪੱਗ ਤੇ ਕਾਲੀ ਮਖਮਲੀ ਵਾਸਕਟ ਵਾਲਾ ਬੁੱਤ ਘੜਾ ਸੀ। ਉਹ ਪੰਜਾਬ ਛੱਡ ਕੇ ਜਰਮਨੀ ਚਲਾ ਗਿਆ। ਉੱਥੋਂ ਦੇ ਕਲਾ ਭਵਨਾਂ ਲਈ ਕੰਮ ਕੀਤਾ। ਉੱਥੇ ਇੱਕ ਜਰਮਨ ਕੁੜੀ ਨਾਲ ਵਿਆਹ ਕੀਤਾ। ਯੂਰਪ ਨੂੰ ਗਿਆ ਤੇ ਆਪਣੀ ਬੀਵੀ ਨਾਲ ਮੁੜ ਕੇ ਪੰਜਾਬ ਆ ਗਿਆ ਤੇ ਚੰਡੀਗੜ੍ਹ ਵਿੱਚ ਰਹਿਣ ਲੱਗਾ। ਉਹ ਬੋਲਿਆ, ਪੰਜਾਬ ਸਰਕਾਰ ਦਾ ਬਸ ਲੂਣ ਦੀ ਖਾਨ ਹੈ। ਜੋ ਇਸ ਖਾਨ ਵਿੱਚ ਗਿਆ ਉਹ ਲੂਣ ਬਣ ਗਿਆ। ਪੰਜਾਬੀ ਲੀਡਰ ਹਰ ਵੇਲੇ ਜਥੇਦਾਰਾਂ, ਰਿਸ਼ਤੇਦਾਰੀਆਂ ਤੇ ਦਰਬਾਰੀਆਂ ਨਾਲ ਘਰੇ ਰਹਿੰਦੇ ਹਨ। ਇਹਨਾਂ ਦੇ ਵਜ਼ੀਰ ਪੰਜਾਬ ਕਲਾ ਦੇ ਸੱਭਿਆਚਾਰਕ ਬਾਰੇ ਭਾਸ਼ਣ ਦਿੰਦੇ ਹਨ, ਪਰ ਕਲਾਕਾਰਾਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ। ਸਾਡੇ ਸਰਕਾਰੀ ਅਫਸਰ ਅੰਦਰੋਂ ਸਭ ਖੋਖਲੇ ਹਨ। ਪੱਛਮੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਨ, ਪਰ ਇਹਨਾਂ ਦੇ ਮਨ ਅੰਦਰ ਦੇਸੀ ਜਗੀਰਦਾਰੀ ਹੈ। ਉਹੀ ਹੈਂਕੜੀ ਹੈ, ਉਹੀ ਆਕੜ, ਉਹੀ ਅੰਨੀ ਤਾਕਤ। ਗੁਰਚਰਨ ਚੰਨੀ ਇੱਕ ਬਾਗੀ ਥੀਏਟਰ ਕਲਾ ਡਾਇਰੈਕਟਰ ਸੀ। ਉਸਨੇ ਚੰਡੀਗੜ੍ਹ ਦੇ ਚੌਂਕਾਂ ਤੇ ਗਲੀਆਂ ਵਿੱਚ ਇਨਕਲਾਬੀ ਥੀਏਟਰ ਤੇ ਕਈ ਪ੍ਰਦਰਸ਼ਨ ਕੀਤੇ ਹੋਏ ਸਨ। ਉਹ ਆਖਣ ਲੱਗਾ, ਸਾਡੇ ਲੀਡਰਾਂ ਨੂੰ ਚੰਗੀ ਤੇ ਮਾੜੀ ਕਿਤਾਬ ਦੀ ਪਛਾਣ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਬੜੇ ਗੁਲਾਮ ਅਲੀ ਖਾਂ ਕੌਣ ਸੀ, ਅੰਮ੍ਰਿਤਾ ਸ਼ੇਰਗਿੱਲ ਤੇ ਅੰਮ੍ਰਿਤਾ ਪ੍ਰੀਤਮ ਵਿੱਚ ਕੀ ਫਰਕ ਸੀ। ਤੁਸੀਂ ਜੇ ਉਹਨਾਂ ਨੂੰ ਕੋਈ ਨਾਟਕ ਦੇਖਣ ਲਈ ਬੁਲਾਓ ਤਾਂ ਉਹ ਪੁੱਛਣਗੇ ਕਿ ਮੈਂ ਉਸ ਦਾ ਉਦਘਾਟਨ ਕਰਨਾ ਹੈ। ਜੇ ਆਖੋ ਜੀ ਸਿਰਫ ਨਾਟਕ ਦੇਖਣ ਲਈ ਆ ਜਾਓ ਤਾਂ ਉਹ ਬੇਇੱਜ਼ਤੀ ਮਹਿਸੂਸ ਕਰਨਗੇ। ਉਹਨਾਂ ਦਾ ਸਾਰਾ ਸਮਾਂ ਉਦਘਾਟਨਾਂ, ਆਨੰਦ ਕਾਰਜਾਂ, ਜਲਸਿਆਂ ਦੀਵਾਨਾਂ, ਭੋਗ ਤੇ ਨੀਂਹ ਪੱਥਰ ਰੱਖਣ ਲਈ, ਰਸਮਾਂ ਨਿਭਾਉਣ ਤੇ ਚਿਜੇ ਤੇ ਫੀਤੇ ਕੱਟਣ ਵਿੱਚ ਲੰਘ ਜਾਂਦਾ ਹੈ। ਇਹ ਹੈ ਪੰਜਾਬ ਦਾ ਕਲਚਰ। ਇੱਕ ਸੁਨਹਿਰੀ ਦਾੜੀ ਵਾਲਾ ਆਲੋਚਕ ਬੋਲਿਆ, ਤੁਸੀਂ ਸਰਕਾਰ ਦੇ ਪਿੱਛੇ ਕਿਉਂ ਦੌੜੇ ਫਿਰਦੇ ਹੋ? ਕੀ ਸਾਡੇ ਲੋਕ ਕਲਾਕਾਰ ਤੇ ਸ਼ਾਇਦ ਸਰਕਾਰ ਪਿੱਛੇ ਦੌੜਦੇ ਸਨ? ਉਹ ਰਚਦੇ ਸਨ। ਇਹੋ ਸ਼ਰਤ ਹੈ ਕਲਾਕਾਰ ਦੀ। ਆਰਟਿਸਟ ਦਾ ਧਰਮ ਹੈ ਕਿ ਉਹ ਪੁਰਾਣੀ ਰੀਤਾਂ ਨੂੰ ਤੋੜੇ, ਸਥਾਪਤ ਕਦਰਾਂ ਨੂੰ ਭੰਨੇ। ਭਲਾ ਦੱਸੋ ਕਿ ਸਰਕਾਰ ਕਿਉਂ ਮਦਦ ਕਰੇ ਆਰਟਿਸਟਾਂ ਦੀ? ਆਰਟਿਸਟ ਤਾਂ ਬਾਗੀ ਕੌਮ ਹੈ। ਉਹ ਸਰਕਾਰ ਦੇ ਖਿਲਾਫ ਕੁਹਾੜਾ ਚੱਕੀ ਫਿਰਦੀ ਹੈ। ਸਰਕਾਰ ਕਿਉਂ ਨਾ ਉਹਨਾਂ ਨੂੰ ਜੇਲ੍ਹ ਵਿੱਚ ਡੱਕ ਛੱਡੇ। ਪਰ ਇੱਥੇ ਹਰ ਕੋਈ ਸਰਕਾਰ ਪਿੱਛੇ ਦੌੜਦਾ ਹੈ। ਇਸ ਨਾਲ ਸਾਡੀ ਕਲਾ ਭ੍ਰਸ਼ਟ ਹੋ ਗਈ। ਗੁਰਚਰਨ ਬੋਲਿਆ, ਸਰਕਾਰ ਤੁਹਾਡੀ ਗੱਲ ਪਹਿਲਾਂ ਹੀ ਮੰਨ ਰਹੀ ਹੈ। ਬਾਗੀਆਂ ਨੂੰ ਉਹ ਪਹਿਲਾਂ ਹੀ ਜੇਲ੍ਹ ਵਿੱਚ ਡੱਕ ਰਹੀ ਹੈ। ਤੁਸੀਂ ਫਿਕਰ ਨਾ ਕਰੋ। ਤੁਸੀਂ ਗੱਲ ਕਰੋ ਕਿਸੇ ਹੋਰ ਸਮਾਜ ਦੀ। ਸਾਡਾ ਸਮਾਜ ਨਾ ਪੂੰਜੀਵਾਦ ਹੈ ਨਾ ਸਮਾਜਵਾਦੀ। ਅੱਧਾ ਤਿੱਤਰ ਅੱਧਾ ਪਟੇਰ। ਜੇ ਇਹ ਪੂੰਜੀਵਾਦੀ ਵੀ ਹੋਵੇ ਤਾਂ ਕਲਾਕਾਰ ਸਰਕਾਰ ਦੇ ਅੰਦਰ ਮਗਰ ਨਹੀਂ ਦੌੜਨਗੇ। ਪਰ ਸਰਕਾਰ ਦੇ ਸਾਰੇ ਸਾਧਨ ਆਪਣੇ ਅੰਗੂਠੇ ਹੇਠ ਦੱਬ ਰੱਖੇ ਹੋਏ ਹਨ। ਜੇ ਕਿਸੇ ਨੇ ਰੇਲਵੇ ਦਾ ਟਿਕਟ ਲੈਣਾ ਹੈ ਜਾਂ ਹਵਾਈ ਜਹਾਜ਼ ਦਾ ਜਾਂ ਦੁੱਧ ਦੀ ਬੋਤਲ ਹੀ ਲੈਣੀ ਹੈ ਤਾਂ ਉਹ ਪਹਿਲਾਂ ਸਰਕਾਰ ਕੋਲ ਹੀ ਜਾਣਾ ਪੈਂਦਾ ਹੈ। ਇਹ ਸਾਡੀ ਬਦਕਿਸਮਤੀ ਹੈ ਤੇ ਫਿਰ ਅਸੀਂ ਸਰਕਾਰ ਨੂੰ ਕਿਉਂ ਨਾ ਭੰਡੀਏ। ਇਹ ਸਰਕਾਰ ਲੋਕਾਂ ਦੀ ਹੈ, ਲੋਕਾਂ ਦੀਆਂ ਵੋਟਾਂ ਨਾਲ ਬਣੀ, ਲੋਕਾਂ ਦੇ ਪੈਸੇ ਲਈ ਬਣੀ। ਸਾਨੂੰ ਇਹ ਵੀ ਹੱਕ ਨਹੀਂ ਕਿ ਅਸੀਂ ਇਸ ਉਤੇ ਨੁਕਤਾਚੀਨੀ ਕਰ ਸਕੀਏ। ਮੈਂ ਆਖਿਆ, ਕਸਬਿਆਂ ਵਿੱਚ ਰਹਿਣ ਵਾਲੇ ਪੰਜਾਬੀ ਨੂੰ ਆਰਟ ਅਤੇ ਥੀਏਟਰ ਦੀ ਕੋਈ ਪਛਾਣ ਨਹੀਂ। ਉਸ ਨੂੰ ਭੁੰਨੇ ਹੋਏ ਮੁਰਗੇ ਅਤੇ ਸ਼ਰਾਬ ਦੀ ਪਹਿਚਾਣ ਹੈ। ਉਹ ਝੱਟ ਦੱਸ ਦੇਵੇਗਾ ਕਿ ਮੁਰਗਾ ਬਿਨਾਂ
ਬਿਨ ਬਾਂਗਾ ਹੈ ਜਾਂ ਦੇਸੀ ਜਾਂ ਪੋਲਟਰੀ ਫਾਰਮ ਦਾ, ਪਰ ਉਸ ਨੂੰ ਕਲਾ ਦੀ ਪਛਾਣ ਨਹੀਂ। ਸਾਡੇ ਪੰਜਾਬੀ ਲੇਖਕ ਕੌਣ ਹਨ? ਕੋਈ ਹਾਈ ਕੋਰਟ ਦਾ ਜੱਜ, ਕੋਈ ਜਨਰਲ ਮੈਨੇਜਰ, ਕੋਈ ਡਿਪਟੀ ਡਾਇਰੈਕਟਰ। ਇਹਨਾਂ ਲੋਕਾਂ ਨੇ ਪੰਜਾਬੀ ਸਾਹਿਤ ਉੱਤੇ ਧਾਵਾ ਬੋਲ ਰੱਖਿਆ ਹੈ। ਹਰ ਕੋਈ ਕਵੀ, ਕਹਾਣੀਕਾਰ ਤੇ ਨਾਟਕਕਾਰ ਬਣਿਆ ਫਿਰਦਾ ਹੈ। ਇਹਨਾਂ ਲੋਕਾਂ ਨੇ ਸਾਹਿਤਕਾਰ ਦੀ ਕਦਰ ਮਾਰ ਦਿੱਤੀ ਹੈ, ਤੇ ਇਹ ਸ਼ਾਇਦ ਇਸ ਕਰਕੇ ਕਿ ਪੰਜਾਬ ਵਿੱਚ ਕੋਈ ਵੱਡਾ ਸ਼ਹਿਰ ਨਹੀਂ ਰਿਹਾ। ਪਹਿਲਾਂ ਲਾਹੌਰ ਸੀ, ਉਸ ਨੂੰ ਅਸੀਂ ਗਵਾ ਬੈਠੇ। ਚੰਡੀਗੜ੍ਹ ਕੋਈ ਵੱਡਾ ਸ਼ਹਿਰ ਨਹੀਂ, ਇਹ ਨਿਰਾ ਸਾਫ ਸੁਥਰਾ ਮਾਡਲ ਟਾਊਨ ਹੈ। ਸ਼ਹਿਰ ਬਗੈਰ ਕਲਾ ਨਹੀਂ ਪਨਪ ਸਕਦੀ, ਨਾ ਹੀ ਸਾਹਿਤ, ਨਾ ਹੀ ਜ਼ਬਾਨ। ਹਰ ਜ਼ਬਾਨ ਸ਼ਹਿਰ ਵਿੱਚ ਜਾ ਕੇ ਬਣੀ। ਜਦੋਂ ਜ਼ਬਾਨ ਮੰਡੀਆਂ ਵਿੱਚ, ਬਾਜ਼ਾਰਾਂ ਤੇ ਕਚਹਿਰੀਆਂ ਤੇ ਕਾਹਵਾ ਘਰਾਂ ਵਿੱਚ ਚੰਡੀ ਗਈ ਤਾਂ ਇਸ ਦੇ ਵਿੱਚ ਲਚਕ ਤੇ ਚਮਕ ਪੈਦਾ ਹੋਈ। ਸ਼ਹਿਰ ਨੂੰ ਵੱਡੇ ਸ਼ਹਿਰਾਂ ਦੀ ਲੋੜ ਹੁੰਦੀ ਹੈ। ਇੱਕ ਇਨਕਲਾਬੀ ਸ਼ਾਇਰ ਗੁੱਸੇ ਵਿੱਚ ਬੋਲਿਆ, ਮਿਸਟਰ ਗਾਰਗੀ, ਅੱਜ ਕੱਲ੍ਹ ਜੋ ਤੁਸੀਂ ਲਿਖ ਰਹੇ ਹੋ ਨਿਰੀ ਬਕਵਾਸ ਹੈ, ਘਟੀਆ ਸੈਕਸ ਦਾ ਪ੍ਰਚਾਰ। ਇਹ ਸਾਡੀ ਕਲਚਰ ਨਹੀਂ, ਇਹ ਪੱਛਮੀ ਅਸਰ ਹੈ। ਪੂੰਜੀਵਾਦੀ ਸਮਾਜ ਦੀ ਕਰਪਸ਼ਨ, ਸੈਕਸ ਤੇ ਮਾਰ ਧਾੜ ਨਾਲ ਪਲਦੀ ਸਭਿਅਤਾ। ਤੁਸੀਂ ਭਲਾ ਅਸ਼ਲੀਲ ਸਾਹਿਤ ਕਿਉਂ ਰਚਦੇ ਹੋ? ਕਿਉਂ ਲਿਖਦੇ ਹੋ ਲਿੰਗ ਤੇ ਸੈਕਸ ਦੀਆਂ ਨੰਗੀਆਂ ਕਹਾਣੀਆਂ? ਕੀ ਹੋਰ ਕੋਈ ਵਿਸ਼ਾ ਨਹੀਂ ਹੈ ਲਿਖਣ ਜੋਗਾ? ਬਲੈਕ ਮਾਰਕੀਟ ਅਤੇ ਸਮਗਲਿੰਗ ਬਾਰੇ ਲਿਖਣ ਦੀ ਥਾਂ ਨੰਗੇਜ਼ਵਾਦ ਦੇ ਪੁਜਾਰੀ ਬਣ ਗਏ ਹੋ। ਘਟੀਆ ਥਰਡ ਰੇਟ ਸਾਹਿਤ ਦੇ ਵਪਾਰੀ। ਕਿਉਂ ਹਰ ਕਹਾਣੀ ਵਿੱਚ ਤੇ ਹਰ ਨਾਟਕ ਵਿੱਚ ਸੈਕਸ ਤੇ ਮੰਮਿਆਂ ਦੀ ਪ੍ਰਚਾਰ ਕਰਦੇ ਹੋ? ਉਸ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਮੈਂ ਆਖਿਆ, ਤੈਨੂੰ ਕਿਸਨੇ ਬਣਾ ਦਿੱਤਾ ਸਾਡੇ ਸਦਾਚਾਰ ਦਾ ਠੇਕੇਦਾਰ, ਮੇਰੇ ਸਾਹਿਤ ਨੂੰ ਪਰਖਣ ਵਾਲਾ ਕੋਤਵਾਲ? ਮੇਰੇ ਲਈ ਹੱਥ ਉਤਨਾ ਹੀ ਪਵਿੱਤਰ ਹੈ ਜਿੰਨਾ ਸਿਰ ਜਾਂ ਮੰਮੇ। ਤੂੰ ਮੰਮੇ ਸ਼ਬਦ ਨੂੰ ਅਸ਼ਲੀਲ ਆਖਣ ਵਾਲਾ ਹੈ ਕੌਣ? ਪਰ ਹਰ ਮਾਂ ਆਪਣੇ ਪੁੱਤ ਨੂੰ ਮੰਮਾ ਝੁਗਾ ਕੇ ਹੀ ਪਾਲਦੀ ਹੈ, ਉਸ ਨੂੰ ਵੱਡਾ ਕਰਦੀ ਹੈ, ਸ਼ਕਤੀ ਦੇਣ ਵਾਲਾ ਦੁੱਧ ਬਖਸ਼ਦੀ ਹੈ ਇਸ ਮਮਤਾ ਦੇ ਸੋਮੇ ਵਿੱਚੋਂ, ਤੇ ਤੂੰ ਉਸ ਨੂੰ ਅਸ਼ਲੀਲ ਆਖਦਾ ਹੈ। ਤੇਰੇ ਵਰਗੇ ਲੋਕਾਂ ਨੇ ਸਾਡੀ ਸਾਹਿਤਕ ਕਦਰਾਂ ਨੂੰ ਵਿਗਾੜ ਛੱਡਿਆ ਹੈ। ਅਸ਼ਲੀਲਤਾ ਸ਼ਬਦ ਵਿੱਚ ਹੁੰਦੀ ਹੈ, ਇਸ ਦੇ ਵਰਚਨ ਅਤੇ ਪ੍ਰਸੰਗ ਵਿੱਚ ਨਹੀਂ। ਇਹ ਲਿਖਣ ਵਾਲੇ ਉੱਤੇ ਮੁਨਸਰ ਕਰਦਾ ਹੈ। ਕਈ ਲੋਕ ਮਿੱਠਾ ਮਿੱਠਾ, ਨਿੰਮਾ ਨਿੰਮਾ, ਕੂੜਾ ਕੂੜਾ ਲਿਖਦੇ ਹਨ ਤੇ ਕੂੜੀਆਂ ਕੁਲੀਆਂ ਤੇ ਚੋਪੜੀਆਂ ਗੱਲਾਂ ਕਰਦੇ ਹਨ। ਮੈਂ ਸਮਝਦਾ ਹਾਂ ਕਿ ਇਹ ਲਿਖਤਾਂ ਅਸ਼ਲੀਲ ਹਨ। ਕੁਝ ਲੋਕਾਂ ਦਾ ਹਾਸਾ ਵੀ ਅਸ਼ਲੀਲ ਹੁੰਦਾ ਹੈ। ਇਸ ਦੇ ਵਿਰੁੱਧ ਕੁਝ ਲੋਕਾਂ ਦੀਆਂ ਗਾਲਾਂ ਵੀ ਸੋਹਣੀਆਂ ਹੁੰਦੀਆਂ ਹਨ। ਮੇਰੇ ਲਈ ਇਨਸਾਨੀ ਜਿਸਮ ਖੂਬਸੂਰਤ ਹੈ, ਮਹਾਨ ਤੇ ਸੁੰਦਰ। ਪੇਂਟਰ ਤੇ ਬੁੱਤ ਘਾੜੇ ਨੰਗੇ ਹੁਸਨ ਦੀਆਂ ਮੂਰਤਾਂ ਬਣਾਉਂਦੇ ਆਏ ਹਨ। ਉਹ ਨੰਗੀ ਸੁੰਦਰੀ ਦੀ ਮੂਰਤੀ ਘੜਦੇ ਹਨ ਜਿਸ ਵਿੱਚ ਕਲਾ ਦੀ ਪੂਜਾ ਕਰਦੇ ਹਨ। ਪਰ ਸਾਡੇ ਲੇਖਕ ਅਤੇ ਆਲੋਚਕ ਸਦਾਚਾਰਾਂ ਦੀ ਗੱਲ ਕਰਦੇ ਹਨ, ਪੁਰਾਣੇ ਆਰੀਆ ਸਮਾਜੀ ਦੇ ਸਿੰਘ ਸਭੀਆਂ ਵਾਂਗ। ਇਹ ਸਾਹਿਤ ਨੂੰ ਗਲਤ ਤਕੜੇ ਵਿੱਚ ਤੋਲ ਰਹੇ ਹਨ। ਸਾਦਤ ਹਸਨ ਮੰਟੋ ਉੱਪਰ ਇਸ ਲਈ ਮੁਕੱਦਮਾ ਚੱਲਿਆ ਕਿ ਉਸਨੇ ਆਪਣੀ ਇੱਕ ਕਹਾਣੀ ਵਿੱਚ ਘਾਟਣ ਤੀਵੀ ਦੇ ਮੰਮਿਆਂ ਦਾ ਜ਼ਿਕਰ ਕੀਤਾ ਸੀ। ਕਚਹਿਰੀ ਵਿੱਚ ਜੱਜ ਲੰਮੀ ਦਾੜੀ ਵਾਲਾ ਸ਼ੇਖ ਸੀ। ਮੰਟੋ ਨੇ ਪੁੱਛਿਆ, ਹਜੂਰ, ਮੈਂ ਔਰਤ ਦੇ ਮੰਮਿਆਂ ਲਈ ਕਿਹੜਾ ਸ਼ਬਦ ਵਰਤਾਂ? ਇਹਨਾਂ ਨੂੰ ਉਸਤਰਾ ਕਹਾਂ ਜਾਂ ਮੇਜ਼ ਜਾਂ ਮੂੰਗਫਲੀ? ਮੈਂ ਵੀ ਤੁਹਾਡੇ ਕੋਲੋਂ ਅੱਜ 35 ਸਾਲਾਂ ਪਿੱਛੋਂ ਇਹੀ ਸਵਾਲ ਪੁੱਛਦਾ ਹਾਂ। ਇਨਕਲਾਬੀ ਸ਼ਾਇਰ ਨੇ ਫੁੰਫਕਾਰਾ ਮਾਰਿਆ, ਮਿਸਟਰ ਗਾਰਗੀ, ਤੂੰ ਜ਼ਿੰਦਗੀ ਦੇ ਅਸਲੀ ਰੰਗ ਨਹੀਂ ਪੇਸ਼ ਕਰਦਾ। ਮੈਂ ਪੁੱਛਿਆ, ਤੈਨੂੰ ਪਤਾ ਜ਼ਿੰਦਗੀ ਦਾ? ਤੂੰ ਸੁਣਿਆ ਕਦੀ ਜੱਟਾਂ ਕਾਮਿਆਂ ਤੇ ਟਰੱਕ ਡਰਾਈਵਰਾਂ ਨੂੰ ਗਾਲਾਂ ਕੱਢਦੇ ਹੋਏ? ਉਹ ਕਿਵੇਂ ਬੋਲਦੇ ਨੇ, ਰੋਟੀ ਖਾਂਦੇ, ਪਚਾਕੇ ਮਾਰਦੇ, ਲੜਦੇ ਤੇ ਪਿਆਰ ਨਾਲ ਜੱਫੀਆਂ ਪਾਉਂਦੇ ਤੇ ਗਾਲਾਂ ਕੱਢਦੇ ਹੋਏ ਹੱਸਦੇ ਹਨ। ਪੰਜਾਬੀ ਦੇ ਪੱਕੇ ਸ਼ਬਦ ਅਤੇ ਪੱਕੀਆਂ ਗਾਲਾਂ ਇਹਨਾਂ ਦੀ ਭਾਸ਼ਾ ਦਾ ਅੰਗ ਹਨ। ਜਦੋਂ ਮੇਰਾ ਬਾਬਾ ਦਰਵਾਜ਼ਿਓਂ ਬਾਹਰ ਖੰਗੂਰਾ ਮਾਰ ਕੇ ਵਿਹੜੇ ਵਿੱਚ ਵੜਦਾ ਸੀ ਤਾਂ ਨਾਲ ਹੀ ਇੱਕ ਚੌਂਦੀ ਗਾਲ ਵੀ ਕੱਢਦਾ। ਤੀਵੀਆਂ ਚਰਖਾ ਕਰਦੀਆਂ ਸਿਰ ਉੱਤੇ ਪੱਲਾ ਖਿੱਚ ਲੈਂਦੀਆਂ ਤੇ ਉਸ ਦੀਆਂ ਗਾਲਾਂ ਦਾ ਪ੍ਰਸ਼ਾਦ ਛਕ ਕੇ ਅੰਦਰੋਂ ਅੰਦਰ ਹੱਸਦੀਆਂ। ਜਦੋਂ ਬਾਬਾ ਚਲਾ ਜਾਂਦਾ ਤਾਂ ਤੀਵੀਆਂ ਇੱਕ ਦੂਜੀ ਨੂੰ ਲੁੱਚੀਆਂ ਗਾਲਾਂ ਸੁਣਾਉਂਦੀਆਂ। ਇਹ ਸਾਰਾ ਕੁਝ ਅਸ਼ਲੀਲ ਨਹੀਂ ਸੀ ਹੁੰਦਾ। ਗਾਲਾਂ ਤੇ ਨੰਗੇ ਸ਼ਬਦ ਉਸ ਦੀ ਸ਼ਬਦਾਵਲੀ ਦਾ ਹਿੱਸਾ ਸਨ। ਜੋ ਚੀਜ਼ ਮੱਧ ਵਰਗੀ ਆਦਮੀ ਲਈ ਅਸ਼ਲੀਲ ਹੈ, ਉਹ ਜੱਟਾਂ ਤੇ ਕਾਮਿਆਂ ਲਈ ਸੁੱਚੀ ਹੋ ਜਾਂਦੀ ਹੈ। ਇਹ ਬਹਿਸ ਸਾਹਿਤ ਤੋਂ ਹਟ ਕੇ ਸਮਾਜ ਅਤੇ ਫਿਲਮਾਂ ਦੇ ਅੰਤਰਰਾਸ਼ਟਰੀ ਸਿਆਸੀ ਝਗੜਿਆਂ ਬਾਰੇ ਹੋਣ ਲੱਗੀ। ਉਸ ਪਿੱਛੋਂ ਵਾਈਸ ਚਾਂਸਲਰ ਦੇ ਧੜੇ ਦੀਆਂ ਟੀਚਰਾਂ ਦੀਆਂ ਮੰਗਾਂ ਦੇ ਤਰੱਕੀਆਂ ਬਾਰੇ। ਸ਼ਰਾਬ ਤੇ ਸਿਗਰਟ ਦੇ ਧੂਏ ਵਿੱਚ ਸਾਡੀ ਬਹਿਸ ਦੇ ਵਿਸ਼ੇ ਘੜੀ ਮੁੜੀ ਬਦਲ ਜਾਂਦੇ। ਹਰ ਕਿਸੇ ਦੇ ਜਾਤੀ ਮਸਲੇ ਸਨ, ਜਾਤੀ ਮਾਨਸਿਕ ਗੁੰਝਲਾਂ, ਜਾਤੀ ਨਜ਼ਰੀਏ। ਇਸ ਬਹਿਸ ਦਾ ਕੋਈ ਰੁਖ ਨਹੀਂ ਸੀ, ਕੋਈ ਸੇਧ ਨਹੀਂ, ਕੋਈ ਮੰਤਵ ਨਹੀਂ ਸੀ। ਇੱਕ ਅਜੀਬ ਤਰ੍ਹਾਂ ਦੀ ਨਿਸਮਤਾ ਸੀ ਬੋਲਣ ਵਿੱਚ। ਸ਼ਰਾਬ ਪੀ ਕੇ ਸਭ ਲੋਕੀ ਸੱਚੀ ਗੱਲ ਆਖਣ ਦਾ ਹਿਆ ਕਰ ਰਹੇ ਸਨ, ਆਪਣੇ ਦੱਬੇ ਹੀ ਭੂਤਾਂ ਨਾਲ ਲੜ ਰਹੇ ਸਨ। ਦੂਜੇ ਦਿਨ ਸਵੇਰੇ ਹੀ ਸਭ ਲੋਕ ਵਾਪਸ ਆਪਣੇ ਨਿੱਤ ਦੀ ਡਿਊਟੀ ਵਿੱਚ ਰੁੱਝ ਜਾਂਦੇ। ਕਲਾਸਰੂਮ ਵਿੱਚ ਜਾ ਕੇ ਸਬਕ ਪੜ੍ਹਾਉਂਦੇ ਤੇ ਉਹਨਾਂ ਕਈ ਸਾਲਾਂ ਤੋਂ ਪੜ੍ਹਾਉਂਦੇ ਆਏ ਸਨ। ਉਹੀ ਹਿਸਾਬ ਦੇ ਫਾਰਮੂਲੇ, ਉਹੀ ਸਾਇੰਸ ਦੇ ਸਿਧਾਂਤ, ਉਹੀ ਮੁਗਲ ਸਲਤਨਤ ਦੇ ਖੇਰੂ ਹੋਣ ਕਾਰਨ ਉਹ ਕਈ ਸਾਲਾਂ ਤੋਂ ਇਹੋ ਸਬਕ ਦੁਹਰਾਉਂਦੇ ਆਏ ਸਨ ਤੇ ਉਹਨਾਂ ਨਾਲ ਉਹਨਾਂ ਦੇ ਮਨ ਖੁੰਡੇ ਹੋ ਗਏ ਸਨ। ਮੈਂ ਸੋਚਿਆ ਕਿ ਮੇਰਾ ਮਨ ਵੀ ਹੌਲੀ ਹੌਲੀ ਖੁੰਡਾ ਹੋ ਰਿਹਾ ਹੈ। ਹੌਲੀ ਹੌਲੀ ਮੈਂ ਮਰ ਰਿਹਾ ਸਾਂ।